हेलो एवरीवन, मेरा नाम संदीप सिंह कंप्यूटर अध्यापक सरकारी हाई स्कूल रत्ता बदाल। ਅੱਜ ਦੀ ਮੇਰੀ ਇਹ ਵੀਡੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਹੈ। ਸੋ 8ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪਾਠ ਚੌਥਾ ਹੈਗਾ ਹੈ MS ਪਾਵਰਪੁਆਇੰਟ ਨਾਲ ਜਾਣ ਪਛਾਣ ਭਾਗ 1। ਅੱਜ ਅਸੀਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। MS ਪਾਵਰਪੁਆਇੰਟ ਬਾਰੇ ਮਾਈਕਰੋਸਾਫਟ ਕੰਪਨੀ ਨੇ ਇਹਨੂੰ ਡਿਵੈਲਪ ਕੀਤਾ ਹੈ। ਪਾਵਰਪੁਆਇੰਟ ਅਸੀਂ ਇਹਨੂੰ ਕਾਹਦੇ ਵਾਸਤੇ ਯੂਜ਼ ਕਰਦੇ ਹਾਂ ਬੱਚਿਓ? ਇਹ ਬਹੁਤ ਹੀ ਪ੍ਰਭਾਵਸ਼ਾਲੀ ਪੇਸ਼ਕਾਰੀ ਜਦੋਂ ਅਸੀਂ ਕੋਈ ਪੇਸ਼ ਕਰਨੀ ਹੋਵੇ ਤਾਂ ਉਸ ਟਾਈਮ ਤੇ ਅਸੀਂ ਪਾਵਰਪੁਆਇੰਟ ਜਿਹੜਾ ਹੈਗਾ ਇਹਦੀ ਵਰਤੋਂ ਕਰਦੇ ਹਾਂ। ਅਸੀਂ ਕੋਈ ਪ੍ਰੋਜੈਕਟ ਬਣਾਉਣਾ ਹੋਵੇ, ਉਹਦੇ ਬਾਰੇ ਕੋਈ ਜਾਣਕਾਰੀ ਦੇਣੀ ਹੋਵੇ, ਕਿਸੇ ਚੀਜ਼ ਬਾਰੇ ਵੀ ਜਦੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਇੱਕ ਵਧੀਆ ਤਰੀਕੇ ਦੇ ਨਾਲ, ਤਾਂ ਅਸੀਂ ਉਹਦੀ ਪਾਵਰਪੁਆਇੰਟ ਦੇ ਵਿੱਚ ਪ੍ਰੈਜੈਂਟੇਸ਼ਨ ਬਣਾ ਸਕਦੇ ਹਾਂ, ਜਿਹਦੇ ਨਾਲ ਅਸੀਂ ਜੋ ਵੀ ਕਹਿਣਾ ਚਾਹੁੰਦੇ ਆ ਉਹਨੂੰ ਬੜੇ ਵਧੀਆ ਤਰੀਕੇ ਦੇ ਨਾਲ, ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਅੱਗੇ ਰੱਖ ਸਕਦੇ ਆ ਕਿਸੇ ਦੇ, ਜਿਹੜਾ ਉਹਨੂੰ ਬੜੀ ਵਧੀਆ ਤਰੀਕੇ ਦੇ ਨਾਲ ਇੱਕ ਐਂਟਰਟੇਨਮੈਂਟ ਵੇ ਦੇ ਨਾਲ ਉਸ ਚੀਜ਼ ਨੂੰ ਸਮਝ ਸਕਦੇ ਆ। ਠੀਕ ਹੈ, ਕਿਉਂਕਿ ਵੈਸੇ ਕਿਸੇ ਚੀਜ਼ ਨੂੰ ਸਮਝਾਉਣਾ ਹੋਵੇ ਤਾਂ ਕਈ ਵਾਰ ਇੰਨਾ ਜ਼ਿਆਦਾ ਇਫੈਕਟਿਵ ਨਹੀਂ ਹੁੰਦਾ। ਜੇਕਰ ਅਸੀਂ ਉਸੇ ਚੀਜ਼ ਦੀ ਇੱਕ ਪ੍ਰੈਜੈਂਟੇਸ਼ਨ ਬਣਾ ਕੇ ਸ਼ੋਅ ਕਰਦੇ ਆ ਤਾਂ ਜਿਹੜੇ ਸਾਡੇ ਸਰੋਤੇ ਹੈਗੇ ਆ, ਜਿਹੜੇ ਸਾਨੂੰ ਸੁਣ ਰਹੇ ਨੇ, ਉਹ ਵੀ ਬੜੀ ਚੰਗੀ ਤਰ੍ਹਾਂ ਉਸ ਚੀਜ਼ ਨੂੰ ਸਮਝਣਗੇ ਤੇ ਬੜੇ ਇੰਟਰਸਟ ਦੇ ਨਾਲ ਸਮਝਣਗੇ। ਸੋ ਇਹ ਬਹੁਤ ਹੀ ਵਧੀਆ ਸੌਫਟਵੇਅਰ ਹੈਗਾ ਹੈ, ਜਿੱਥੇ ਅਸੀਂ ਕੋਈ ਪੇਸ਼ਕਾਰੀ ਜਿਹੜੀ ਪੇਸ਼ ਕਰਨੀ ਹੋਵੇ ਲੋਕਾਂ ਸਾਹਮਣੇ ਤਾਂ ਉੱਥੇ ਅਸੀਂ ਪਾਵਰਪੁਆਇੰਟ ਜਿਹੜਾ ਇਹਨੂੰ ਯੂਜ਼ ਕਰ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਬੱਚੋ ਇਹਦੇ ਬਾਰੇ ਜਾਣਕਾਰੀ ਕਰਦੇ ਹਾਂ। ਇਹ ਕਿ ਬਣਾਇਆ ਕਿੰਨੇ ਹੈਗਾ ਹੈ, ਪਾਵਰਪੁਆਇੰਟ ਦੀ ਸ਼ੁਰੂਆਤ ਕਿੱਥੋਂ ਹੋਈ ਹੈ? ਸਭ ਤੋਂ ਪਹਿਲਾਂ ਸਾਇੰਟਿਸਟ ਸੀਗੇ ਡੈਨਿਸ ਹਾਸਟਿਨ ਅਤੇ ਥਾਮਸ ਰੈਡਕਿਨ, ਜਿਨ੍ਹਾਂ ਨੇ ਫੋਰਥੌਟ ਕੰਪਨੀ ਸੀਗੀ ਇੱਕ, ਉਹਦੇ ਵਿੱਚ ਇਹਦੀ ਡਿਵੈਲਪ ਕੀਤਾ ਸੀਗਾ ਸੌਫਟਵੇਅਰ। ਇਹਦਾ ਸਭ ਤੋਂ ਪਹਿਲਾ ਨਾਮ ਬੱਚੋ ਪ੍ਰੈਜ਼ੈਂਟਰ ਰੱਖਿਆ ਗਿਆ ਸੀਗਾ। ਉਹਦੇ ਬਾਅਦ 1987 ਦੇ ਵਿੱਚ ਜਿਹੜਾ ਇਹਦਾ ਨਾਮ ਸੀਗਾ ਬਦਲ ਕੇ ਪਾਵਰਪੁਆਇੰਟ ਜਿਹੜਾ ਉਹ ਰੱਖਿਆ ਗਿਆ। ਠੀਕ ਹੈ, ਸੋ ਪਾਵਰਪੁਆਇੰਟ ਦੀ ਜਿਹੜੀ ਸ਼ੁਰੂਆਤ ਫਿਰ ਉੱਥੋਂ ਹੋਈ, ਮਾਈਕਰੋਸਾਫਟ ਕੰਪਨੀ ਦੇ ਇਹ ਡਿਵੈਲਪ ਕੀਤਾ ਹੈਗਾ ਹੈ। ਠੀਕ ਹੈ, ਸੋ ਪਾਵਰਪੁਆਇੰਟ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜਿਹੜੀ ਜਾਣਕਾਰੀ ਹਾਸਲ ਕਰਦੇ ਹਾਂ ਸਲਾਈਡ ਬਾਰੇ, ਕਿ ਇੱਕ ਸਲਾਈਡ ਕੀ ਹੁੰਦੀ ਹੈ ਜਾਂ ਪ੍ਰੈਜੈਂਟੇਸ਼ਨ ਕੀ ਹੁੰਦੀ ਹੈ। ਸਲਾਈਡ ਦੇ ਵਿੱਚ ਬੱਚੋ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਕੋਈ ਵੀ ਜੇਕਰ ਇੱਕ ਪਿਕਚਰ ਬਣਦੀ ਹੈ ਤਾਂ ਉਹ ਆਪਣੇ ਛੋਟੇ-ਛੋਟੇ ਕਲਿੱਪਸ ਨੂੰ ਮਿਲਾ ਕੇ ਇੱਕ ਪੂਰੀ ਜਿਹੜੀ ਪਿਕਚਰ ਡਿਵੈਲਪ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਇੱਕ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਆ ਬਹੁਤ ਸਾਰੀਆਂ ਸਲਾਈਡਾਂ ਦਾ ਕੰਬੀਨੇਸ਼ਨ ਹੁੰਦਾ ਹੈ। ਜਦੋਂ ਅਸੀਂ ਕਿਸੇ ਵਿਸ਼ੇ ਨਾਲ ਸੰਬੰਧਿਤ ਬਹੁਤ ਸਾਰੀਆਂ ਸਲਾਈਡਾਂ ਬਣਾ ਦਿੰਨੇ ਆ, ਉਹਨਾਂ ਨੂੰ ਇਕੱਠਿਆਂ ਕਰ ਦਿੰਨੇ ਆ ਤਾਂ ਸਾਡੀ ਇੱਕ ਪ੍ਰੈਜੈਂਟੇਸ਼ਨ ਤਿਆਰ ਹੋ ਜਾਂਦੀ ਹੈ। ਸੋ ਪ੍ਰੈਜੈਂਟੇਸ਼ਨ ਦਾ ਜਿਹੜਾ ਸਭ ਤੋਂ ਛੋਟਾ ਹਿੱਸਾ ਸੀ ਉਹਨੂੰ ਉਹਦੀ ਸਲਾਈਡ ਕਹਿ ਸਕਦੇ ਆ। ਠੀਕ ਹੈ, ਇੱਕ ਸਲਾਈਡ ਦੇ ਵਿੱਚ ਅਸੀਂ ਬਹੁਤ ਸਾਰਾ ਆਪਣਾ ਟੈਕਸਟ ਦੇ ਸਕਦੇ ਆ, ਜਿਹਦੇ ਵਿੱਚ ਅਸੀਂ ਫੋਟੋ ਵੀ ਦੇ ਸਕਦੇ ਆ, ਗ੍ਰਾਫ ਦੇ ਸਕਦੇ ਆ। ਠੀਕ ਹੈ, ਇਸੇ ਤਰ੍ਹਾਂ ਹੋਰ ਕਈ ਸਲਾਈਡਾਂ ਜਿਹੜੀਆਂ ਵਿਸ਼ੇ ਦੇ ਨਾਲ ਸੰਬੰਧਿਤ ਬਣਾ ਕੇ ਜਦੋਂ ਇਕੱਠੀਆਂ ਕਰ ਦਿੰਨੇ ਆ ਤਾਂ ਸਾਡੇ ਕੋਲ ਇੱਕ ਪ੍ਰੈਜੈਂਟੇਸ਼ਨ ਬਣ ਜਾਂਦੀ ਹੈ। ਸੋ ਅਸੀਂ ਪ੍ਰੈਜੈਂਟੇਸ਼ਨ ਨੂੰ ਕੀ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਸਲਾਈਡਾਂ ਦੇ ਇਕੱਠ ਨੂੰ ਅਸੀਂ ਪ੍ਰੈਜੈਂਟੇਸ਼ਨ ਕਹਿੰਦੇ ਆ, ਤੇ ਇੱਕ ਪ੍ਰੈਜੈਂਟੇਸ਼ਨ ਦਾ ਸਭ ਤੋਂ ਛੋਟੇ ਹਿੱਸੇ ਨੂੰ ਅਸੀਂ ਉਹਦੀ ਸਲਾਈਡ ਕਹਾਂਗੇ। ਸੋ ਇਹ ਸੀਗੀ ਪ੍ਰੈਜੈਂਟੇਸ਼ਨ ਐਂਡ ਸਲਾਈਡ ਬਾਰੇ ਜਾਣਕਾਰੀ। ਹੁਣ ਅਸੀਂ ਦੇਖਣਾ ਹੈ ਕਿ ਅਸੀਂ ਸਟਾਰਟ ਕਿਸ ਤਰ੍ਹਾਂ ਕਰਨਾ ਹੈ ਪਾਵਰਪੁਆਇੰਟ ਨੂੰ। ਪਾਵਰਪੁਆਇੰਟ ਨੂੰ ਸਟਾਰਟ ਕਰਨ ਦੇ ਬੱਚੋ ਬਹੁਤ ਸਾਰੇ ਤਰੀਕੇ ਨੇ। ਪਹਿਲਾ ਤਰੀਕਾ ਤੇ ਇਹ ਹੈਗਾ ਕਿ ਅਸੀਂ ਸਟਾਰਟ ਬਟਨ ਤੇ ਕਲਿੱਕ ਕਰਾਂਗੇ, ਆਲ ਪ੍ਰੋਗਰਾਮ ਤੇ ਜਾਵਾਂਗੇ, ਇਹਦੇ ਵਿੱਚ ਮਾਈਕਰੋਸਾਫਟ ਆਫਿਸ ਨੂੰ ਸਿਲੈਕਟ ਕਰਾਂਗੇ, ਇਹਦੇ ਵਿੱਚ ਅੱਗੇ ਪਾਵਰਪੁਆਇੰਟ ਦੀ ਆਪਸ਼ਨ ਤੇ ਕਲਿੱਕ ਕਰਕੇ ਪਾਵਰਪੁਆਇੰਟ ਨੂੰ ਅਸੀਂ ਖੋਲ ਸਕਦੇ ਹਾਂ। ਦੂਸਰਾ ਬੱਚੋ ਅਸੀਂ ਰਨ ਬਾਕਸ ਦੇ ਨਾਲ ਵੀ ਪਾਵਰਪੁਆਇੰਟ ਚਲਾ ਸਕਦੇ ਹਾਂ। ਸਿੰਪਲੀ ਰਨ ਬਾਕਸ ਦੇ ਉੱਪਰ ਕਲਿੱਕ ਕਰਕੇ ਅਸੀਂ ਪਾਵਰਪੁਆਇੰਟ ਟਾਈਪ ਕਰਕੇ ਐਂਟਰ ਪ੍ਰੈਸ ਕਰਾਂਗੇ ਤਾਂ ਪਾਵਰਪੁਆਇੰਟ ਸਾਡੇ ਸਾਹਮਣੇ ਖੁੱਲ ਜਾਏਗਾ। ਜਾਂ ਫਿਰ ਅਸੀਂ ਡੈਸਕਟਾਪ ਤੋਂ ਵੀ ਪਾਵਰਪੁਆਇੰਟ ਨੂੰ ਚਲਾ ਸਕਦੇ ਹਾਂ। ਜੇਕਰ ਅਸੀਂ ਉੱਥੇ ਇਹਦਾ ਆਈਕਨ ਕ੍ਰੀਏਟ ਕੀਤਾ ਹੈ, ਜਸਟ ਆਈਕਨ ਦੇ ਉੱਪਰ ਅਸੀਂ ਡਬਲ ਕਲਿੱਕ ਕਰਾਂਗੇ ਤਾਂ ਪਾਵਰਪੁਆਇੰਟ ਦੀ ਵਿੰਡੋ ਸਾਡੇ ਸਾਹਮਣੇ ਖੁੱਲ ਜਾਵੇਗੀ। ਸੋ ਇਹ ਡਿਫਰੈਂਟ ਵੇ ਨੇ ਪਾਵਰਪੁਆਇੰਟ ਨੂੰ ਚਲਾਉਣ ਦੇ। ਉਹਦੇ ਬਾਅਦ ਨੈਕਸਟ ਬੱਚੋ ਆ ਜਾਂਦਾ ਹੈ ਕਿ ਜਿਹੜੀ ਅਸੀਂ ਪ੍ਰੈਜੈਂਟੇਸ਼ਨ ਬਣਾਈ ਉਹਨੂੰ ਸੇਵ ਕਿਸ ਤਰ੍ਹਾਂ ਕਰਨਾ ਹੈ। ਸੇਵ ਕਰਨ ਵਾਸਤੇ ਸ਼ਾਰਟਕਟ ਕੀ ਸਾਡੇ ਕੋਲ ਹੈਗੀ ਆ ਕੰਟਰੋਲ S ਅਸੀਂ ਪ੍ਰੈਸ ਕਰਾਂਗੇ। ਜੇਕਰ ਫਸਟ ਟਾਈਮ ਸੇਵ ਕਰ ਰਹੇ ਆ ਤਾਂ ਸਾਨੂੰ ਫਾਈਲ ਨੇਮ ਦੇਣਾ ਪਏਗਾ। ਸੈਕੰਡ ਟਾਈਮ ਸੇਵ ਕਰਾਂਗੇ ਤਾਂ ਸਾਡੇ ਕੋਲ ਫਾਈਲ ਨੇਮ ਨਹੀਂ ਪੁੱਛੇਗਾ, ਉਸੇ ਫਾਈਲ ਨੇਮ ਨੂੰ ਓਵਰਰਾਈਟ ਕਰ ਦੇਗਾ। ਸੋ ਜਦੋਂ ਅਸੀਂ ਕੰਟਰੋਲ S ਪ੍ਰੈਸ ਕਰਾਂਗੇ ਤਾਂ ਇੱਕ ਡਾਇਲੌਗ ਬਾਕਸ ਆ ਜਾਏਗਾ ਫਾਈਲ ਨੇਮ ਦਾ, ਜਿਹਦੇ ਵਿੱਚ ਅਸੀਂ ਆਪਣਾ ਫੋਲਡਰ ਸਿਲੈਕਟ ਕਰਕੇ ਤੇ ਆਪਣਾ ਫਾਈਲ ਨੇਮ ਸਿਲੈਕਟ ਕਰਕੇ ਸੇਵ ਦੇ ਉੱਪਰ ਕਲਿੱਕ ਕਰਾਂਗੇ ਤੇ ਸਾਡੀ ਪ੍ਰੈਜੈਂਟੇਸ਼ਨ ਸੇਵ ਹੋ ਜਾਏਗੀ। ਜਾਂ ਅਸੀਂ ਆਪਣੇ ਫਾਈਲ ਮੈਨੂ ਦੇ ਵਿੱਚ ਸੇਵ ਦੀ ਆਪਸ਼ਨ ਤੇ ਕਲਿੱਕ ਕਰਕੇ ਵੀ ਇਹਨੂੰ ਸੇਵ ਕਰ ਸਕਦੇ ਹਾਂ।
ਜਾਂ ਫਿਰ ਸਾਡੇ ਕੁਇਕ ਅਸੈਸ ਟੂਲ ਬਾਰ ਦੇ ਵਿੱਚ ਵੀ ਸੇਵ ਦਾ ਬਟਨ ਹੁੰਦਾ ਹੈ ਜਿਹਦੇ ਉੱਪਰ ਅਸੀਂ ਕਲਿੱਕ ਕਰਕੇ ਸੇਵ ਕਰ ਸਕਦੇ ਹਾਂ। ਸੋ ਡਿਫਰੈਂਟ ਵੇ ਨੇ, ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਜੇ। ਉਹਦੇ ਬਾਅਦ ਨੈਕਸਟ ਹੈਗਾ ਹੈ ਆਪਣੀ ਪ੍ਰੈਜੈਂਟੇਸ਼ਨ ਨੂੰ ਓਪਨ ਕਰਨਾ। ਜਿਹੜੀ ਪਹਿਲਾਂ ਤੋਂ ਸਾਡੀ ਬਣੀ ਹੋਈ ਪ੍ਰੈਜੈਂਟੇਸ਼ਨ ਹੈ ਉਹਨੂੰ ਅਸੀਂ ਕਿਸ ਤਰ੍ਹਾਂ ਖੋਲਣਾ ਹੈ। ਉਹਨੂੰ ਖੋਲਣ ਵਾਸਤੇ ਬੱਚੋ ਅਸੀਂ ਕੰਟਰੋਲ O ਪ੍ਰੈਸ ਕਰਾਂਗੇ। ਜਦੋਂ ਕੰਟਰੋਲ O ਪ੍ਰੈਸ ਕਰਾਂਗੇ ਤਾਂ ਸਾਨੂੰ ਫਾਈਲ ਨੇਮ ਪੁੱਛੇਗਾ ਕਿ ਕਿਸ ਫਾਈਲ ਨੇਮ ਨੂੰ ਅਸੀਂ ਓਪਨ ਕਰਨਾ ਚਾਹੁੰਦੇ ਹਾਂ। ਅਸੀਂ ਉਸ ਫੋਲਡਰ ਤੇ ਜਾ ਕੇ ਜਿੱਥੇ ਅਸੀਂ ਉਸ ਪ੍ਰੈਜੈਂਟੇਸ਼ਨ ਨੂੰ ਸੇਵ ਕੀਤਾ ਹੈ, ਫੋਲਡਰ ਦੇ ਬਾਅਦ ਅਸੀਂ ਆਪਣਾ ਫਾਈਲ ਨੇਮ ਤੇ ਕਲਿੱਕ ਕਰਕੇ ਜਸਟ ਉਹਨੂੰ ਅਸੀਂ ਓਪਨ ਕਰ ਸਕਦੇ ਹਾਂ। ਜਾਂ ਸੇਮ ਆਪਸ਼ਨ ਸਾਡੇ ਕੋਲ ਫਾਈਲ ਦੇ ਵਿੱਚ ਓਪਨ ਦੇ ਵਿੱਚ ਵੀ ਅਵੇਲੇਬਲ ਹੁੰਦੀ ਹੈ। ਅਸੀਂ ਫਾਈਲ ਮੈਨੂ ਦੇ ਵਿੱਚ ਓਪਨ ਤੇ ਕਲਿੱਕ ਕਰਕੇ ਵੀ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਜਿਹੜੀ ਪਹਿਲਾਂ ਤੋਂ ਬਣੀ ਹੈਗੀ ਉਹਨੂੰ ਓਪਨ ਕਰ ਸਕਦੇ ਹਾਂ। ਸੋ ਨੈਕਸਟ ਬੱਚੋ ਸਾਡੇ ਕੋਲ ਆ ਜਾਂਦੇ ਇਹਦੀ ਵਿੰਡੋ ਦੇ ਪਾਰਟ, ਕਿ ਪਾਵਰ ਪੁਆਇੰਟ ਦੀ ਵਿੰਡੋ ਦੇ ਡਿਫਰੈਂਟ ਪਾਰਟਸ ਕਿਹੜੇ ਨੇ ਉਹਨਾਂ ਬਾਰੇ ਥੋੜੀ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚੋ ਆ ਜਾਂਦਾ ਇਹੀ ਸਾਡੇ ਕੋਲ ਫਾਈਲ ਮੈਨੂ। ਠੀਕ ਹੈ, ਉੱਪਰ ਕਾਰਨਰ ਦੇ ਉੱਪਰ ਫਾਈਲ ਮੈਨੂ ਹੁੰਦਾ ਹੈ। ਇਹਦੇ ਵਿੱਚ ਬਹੁਤ ਸਾਰੀਆਂ ਕਮਾਂਡਸ ਹੁੰਦੀਆਂ ਨੇ, ਜਿਸ ਤਰ੍ਹਾਂ ਸੇਵ ਦੀ ਕਮਾਂਡ ਵੀ ਇਹਦੇ ਵਿੱਚ, ਓਪਨ ਦੀ ਕਮਾਂਡ ਵੀ ਇਹਦੇ ਵਿੱਚ ਹੈਗੀ ਹੈ, ਪ੍ਰਿੰਟ ਦੀ ਕਮਾਂਡ ਹੈਗੀ ਹੈ। ਸੋ ਬਹੁਤ ਸਾਰੀਆਂ ਕਮਾਂਡ ਸਾਡੇ ਕੋਲ ਫਾਈਲ ਮੈਨੂ 'ਚ ਅਵੇਲੇਬਲ ਹੁੰਦੀਆਂ ਨੇ। ਇਹਦੇ ਉੱਪਰ ਕਲਿੱਕ ਕਰਕੇ ਅਸੀਂ ਉਹਨਾਂ ਕਮਾਂਡਸ ਨੂੰ ਰਨ ਕਰ ਸਕਦੇ ਹਾਂ। ਨੈਕਸਟ ਬੱਚੋ ਇਸ ਤੋਂ ਉੱਪਰ ਆ ਜਾਂਦਾ ਸਾਡੇ ਕੋਲ ਕੁਇਕ ਅਸੈਸ ਟੂਲ ਬਾਰ, ਜਿਹਦੇ ਉੱਪਰ ਡਿਫਾਲਟ 3 ਬਟਨ ਲੱਗੇ ਹੁੰਦੇ ਨੇ। ਠੀਕ ਹੈ, ਇੱਕ ਸੇਵ ਦਾ, ਅਨਡੂ ਦਾ ਤੇ ਰੀਡੂ ਦਾ। ਇਹਦੇ ਇਲਾਵਾ ਅਸੀਂ ਕਈ ਬਟਨ ਐਡ ਵੀ ਕਰ ਸਕਦੇ ਹਾਂ ਤੇ ਰਿਮੂਵ ਵੀ ਕਰ ਸਕਦੇ ਹਾਂ। ਇਹਨੂੰ ਕਸਟਮਾਈਜ਼ ਅਸੀਂ ਆਪਣੀ ਮਰਜ਼ੀ ਦੇ ਨਾਲ ਕਰ ਸਕਦੇ ਹਾਂ ਕੁਇਕ ਅਸੈਸ ਟੂਲ ਬਾਰ ਨੂੰ। ਸੋ ਕੁਇਕ ਅਸੈਸ ਟੂਲ ਬਾਰ ਤੋਂ ਵੀ ਅਸੀਂ ਸੇਵ ਦੀ ਕਮਾਂਡ ਰਨ ਕਰਨੀ ਹੋਵੇ ਈਜ਼ੀਲੀ ਹੋ ਜਾਂਦੀ ਹੈ। ਅਨਡੂ ਜਾਂ ਰੀਡੂ ਦੀ ਕਮਾਂਡ ਜਿਹੜੀ ਕੁਇਕ ਅਸੈਸ ਟੂਲ ਬਾਰ ਤੋਂ ਅਸੀਂ ਰਨ ਕਰ ਸਕਦੇ ਹਾਂ। ਨੈਕਸਟ ਬੱਚੋ ਸਾਡੇ ਕੋਲ ਆ ਜਾਂਦੀਆਂ ਨੇ ਮੈਨੂ ਬਾਰ ਟੈਬ, ਜਿਹਦੇ ਵਿੱਚ ਬਹੁਤ ਸਾਰੀਆਂ ਸਾਡੇ ਕੋਲ ਮੈਨੂ ਬਾਰ ਟੈਬਸ ਅਵੇਲੇਬਲ ਨੇ, ਜਿਹਦੇ ਵਿੱਚ ਹੋਮ, ਫਾਰਮੈਟਿੰਗ, ਐਨੀਮੇਸ਼ਨ, ਡਿਜ਼ਾਈਨ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੈਨੂ ਬਾਰ ਦੀਆਂ ਫਾਰਮੈਟ ਟੈਬ ਜਿਹੜੀਆਂ ਅਵੇਲੇਬਲ ਨੇ, ਜਿਨ੍ਹਾਂ ਨੂੰ ਅਸੀਂ ਯੂਜ਼ ਕਰਦੇ ਹਾਂ। ਸੋ ਮੈਨੂ ਬਾਰ ਟੈਬ ਦੇ ਵਿੱਚ ਐਕਚੁਅਲੀ ਜਦੋਂ ਅਸੀਂ ਕਿਸੇ ਵੀ ਮੈਨੂ ਬਾਰ ਟੈਬ ਤੇ ਕਲਿੱਕ ਕਰਾਂਗੇ ਤਾਂ ਉਹਦੇ ਨੀਚੇ ਉਹਦਾ ਰਿਬਨ ਓਪਨ ਹੋਏਗਾ। ਜਿਸ ਤਰ੍ਹਾਂ ਅਸੀਂ ਹੋਮ ਟੈਬ ਤੇ ਕਲਿੱਕ ਕਰਾਂਗੇ ਤਾਂ ਉਹਦਾ ਹੋਮ ਦਾ ਰਿਬਨ ਨੀਚੇ ਓਪਨ ਹੋ ਜਾਏਗਾ। ਰਿਬਨ ਦੇ ਵਿੱਚ ਫਿਰ ਬਹੁਤ ਸਾਰੀਆਂ ਹੋਮ ਦੀਆਂ ਕਮਾਂਡਸ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਆ, ਇਸੇ ਤਰ੍ਹਾਂ ਇਨਸਰਟ ਦੇ ਮੈਨੂ ਬਾਰ ਟੈਬ ਤੇ ਕਲਿੱਕ ਕਰਾਂਗੇ ਤਾਂ ਇਨਸਰਟ ਦਾ ਸਾਡੇ ਕੋਲ ਜਿਹੜਾ ਰਿਬਨ ਹੈ ਓਪਨ ਹੋ ਜਾਏਗਾ। ਸੋ ਰਿਬਨ ਜਿਹੜਾ ਡਿਪੈਂਡ ਕਰਦਾ ਸਾਡੇ ਮੈਨੂ ਬਾਰ ਟੈਬ ਦੇ ਉੱਪਰ। ਜਿਹੜੇ ਮੈਨੂ ਬਾਰ ਟੈਬ ਦੇ ਉੱਪਰ ਕਲਿੱਕ ਕਰਾਂਗੇ ਉਹਦਾ ਹੀ ਰਿਬਨ ਸਾਡੇ ਕੋਲ ਨੀਚੇ ਓਪਨ ਹੋ ਜਾਏਗਾ। ਉਸ ਰਿਬਨ ਦੇ ਵਿੱਚ ਅੱਗੇ ਫਿਰ ਨੈਕਸਟ ਉਹਦੇ ਨਾਲ ਰਿਲੇਟਡ ਬਹੁਤ ਸਾਰੀਆਂ ਕਮਾਂਡਸ ਹੋਣਗੀਆਂ ਜਿਨ੍ਹਾਂ ਨੂੰ ਅਸੀਂ ਈਜ਼ੀਲੀ ਪਰਫਾਰਮ ਕਰ ਸਕਦੇ ਹਾਂ। ਉਹਦੇ ਤੇ ਕਲਿੱਕ ਕਰਕੇ ਉਹ ਕਮਾਂਡਸ ਨੂੰ ਅਸੀਂ ਅਪਲਾਈ ਕਰ ਸਕਦੇ ਹਾਂ। ਨੈਕਸਟ ਬੱਚੋ ਸਾਡੇ ਕੋਲ ਆ ਜਾਂਦਾ ਹੈ ਸਲਾਈਡ ਪੇਨ। ਸਲਾਈਡ ਪੇਨ ਦੇ ਵਿੱਚ ਕੀ ਹੈ ਕਿ ਸਾਈਡ ਦੇ ਉੱਪਰ ਜਿਹੜਾ ਸਾਡੇ ਕੋਲ ਪੇਨ ਓਪਨ ਹੁੰਦਾ ਹੈ ਸਲਾਈਡ ਦਾ, ਜਿਹਦੇ ਵਿੱਚ ਅਸੀਂ ਸਲਾਈਡਸ ਜਿਹੜੀ ਡਿਜ਼ਾਈਨ ਕਰਦੇ ਹਾਂ, ਉਹਦੇ ਵਿੱਚ ਆਪਣਾ ਟੈਕਸਟ ਇਨਸਰਟ ਕਰਦੇ ਹਾਂ। ਸਲਾਈਡ ਪੇਨ ਦੇ ਵਿੱਚ ਅਸੀਂ ਬਹੁਤ ਜਿੰਨੀਆਂ ਵੀ ਐਡੀਟਿੰਗ ਹੁੰਦੀਆਂ ਨੇ ਸਲਾਈਡ ਦੀਆਂ, ਸਾਰੀਆਂ ਸਲਾਈਡ ਪੇਨ ਦੇ ਵਿੱਚ ਕਰਦੇ ਆ ਕਿ ਸਲਾਈਡ ਦੇ ਵਿੱਚ ਕੀ ਚੇਂਜਸ ਕਰਨੀਆਂ, ਨਵੀਂ ਸਲਾਈਡ ਕਿਸ ਤਰ੍ਹਾਂ ਬਣਾਉਣੀ ਹੈ, ਇਹ ਸਾਰੇ ਕੰਮ ਸਾਡੇ ਸਲਾਈਡ ਪੇਨ ਦੇ ਵਿੱਚ ਹੋਣਗੇ। ਉਹਦੇ ਬਾਅਦ ਆ ਜਾਂਦਾ ਬੱਚੋ ਨੋਟਸ ਪੇਨ। ਨੋਟਸ ਪੇਨ ਦੇ ਵਿੱਚ ਅਸੀਂ ਆਪਣੇ ਸਪੀਕਰ ਨੋਟ ਜਿਹੜੇ ਹੁੰਦੇ ਉਹ ਲਿਖਨੇ ਆ, ਜੋ ਅਸੀਂ ਬੋਲਣਾ ਚਾਹੁੰਦੇ ਆ ਉਹਦੇ ਬਾਰੇ। ਜੇਕਰ ਕੋਈ ਨੋਟਸ ਅਸੀਂ ਦੇਣਾ ਚਾਹੁੰਦੇ ਆ ਤਾਂ ਅਸੀਂ ਨੋਟਸ ਪੇਨ ਦੇ ਵਿੱਚ ਦੇ ਸਕਦੇ ਆ, ਤਾਂ ਕਿ ਕੱਲ ਨੂੰ ਜਦੋਂ ਅਸੀਂ ਆਪਣੀ ਸਲਾਈਡ ਨੂੰ ਐਕਸਪਲੇਨ ਕਰਨਾ ਹੈ ਤਾਂ ਇੱਥੋਂ ਅਸੀਂ ਨੋਟਸ ਪੇਨ ਦੇ ਵਿੱਚ ਉਹਨਾਂ ਨੋਟਸ ਨੂੰ ਰੀਡ ਕਰਕੇ ਬੜੇ ਵਧੀਆ ਤਰੀਕੇ ਨਾਲ ਆਪਣੀ ਸਲਾਈਡ ਨੂੰ ਅਸੀਂ ਐਕਸਪਲੇਨ ਕਰ ਸਕਦੇ ਹਾਂ। ਨੈਕਸਟ ਬੱਚੋ ਆ ਜਾਂਦੀ ਹੈ ਸਟੇਟਸ ਬਾਰ, ਜਿਹਦੇ ਵਿੱਚ ਸਾਡੇ ਕੋਲ ਸਾਡੀ ਸਲਾਈਡਸ ਦਾ ਸਟੇਟਸ ਸਾਨੂੰ ਦਿਖਾਈ ਦੇਗਾ, ਜਿਹਦੇ ਵਿੱਚ ਜ਼ੂਮ ਬਟਨ ਹੋਣਗੇ ਜਿਹਦੇ ਨਾਲ ਅਸੀਂ ਆਪਣੀ ਸਲਾਈਡ ਨੂੰ ਜ਼ੂਮ ਇਨ ਜ਼ੂਮ ਆਊਟ ਕਰ ਸਕਦੇ ਹਾਂ। ਠੀਕ ਹੈ, ਸੋ ਸਟੇਟਸ ਬਾਰ ਦੇ ਨਾਲ ਅਸੀਂ ਆਪਣੀ ਸਲਾਈਡਸ ਦੇ ਸਟੇਟਸ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਾਂ ਕਿ ਕਿੰਨੀਆਂ ਸਾਡੀਆਂ ਸਲਾਈਡਸ ਨੇ। ਠੀਕ ਹੈ, ਇਸ ਟਾਈਮ ਤੇ ਕਰੰਟ ਵਰਕਿੰਗ ਸਾਡੀ ਸਲਾਈਡ ਕਿਹੜੀ ਹੈਗੀ ਹੈ, ਸੋ ਇਹਦੇ ਬਾਰੇ ਅਸੀਂ ਸਟੇਟਸ ਬਾਰ ਦੇ ਉੱਪਰੋਂ ਦੇਖ ਸਕਦੇ ਹਾਂ। ਨੈਕਸਟ ਹੈਗੀ ਬੱਚੋ ਸਲਾਈਡ ਟੈਬ, ਜਿਹਦੇ ਵਿੱਚ ਅਸੀਂ ਆਪਣਾ ਸਲਾਈਡ ਦਾ ਵਿਊ ਹੈਗਾ ਜਿਹੜਾ ਉਹ ਦੇਖ ਸਕਦੇ ਹਾਂ ਕਿ ਸਲਾਈਡ ਜਿਹੜੀ ਅਸੀਂ ਕਿਸ ਤਰ੍ਹਾਂ ਦੇਖਣੀ ਚਾਹੁੰਦੇ ਹਾਂ ਸਲਾਈਡ ਟੈਬ ਦੇ ਵਿੱਚ। ਠੀਕ ਹੈ, ਸਮਾਲ ਥੰਬਨੇਲ ਦੇ ਵਿੱਚ ਨਜ਼ਰ ਆਏਗੀ, ਉਹਦਾ ਅਸੀਂ ਅਰੇਂਜਮੈਂਟਸ ਜਿਹੜੀ ਆ ਉਹਦੇ ਅਕੋਰਡਿੰਗ ਕਰ ਸਕਦੇ ਹਾਂ। ਸੋ ਸਲਾਈਡ ਟੈਬ ਦੇ ਵਿੱਚ ਅਸੀਂ ਸਲਾਈਡ ਦੀ ਐਡਜਸਟਮੈਂਟ ਜਿਹੜੀ ਉਹ ਕੀਤੀ ਜਾ ਸਕਦੀ ਹੈ। ਸਰ ਡਿਫਰੈਂਟ ਵਿੰਡੋ ਤੇ ਪਾਰਟਸ ਹੈਗੇ ਨੇ ਪਾਵਰ ਪੁਆਇੰਟ ਦੇ, ਇਹਨਾਂ ਵਿੰਡੋ ਪਾਰਟਸ ਦੇ ਨਾਲ ਹੀ ਅਸੀਂ ਆਪਣਾ ਪੂਰਾ ਪਾਵਰ ਪੁਆਇੰਟ ਜਿਹੜਾ ਹੈਗਾ ਹੈ ਸੌਫਟਵੇਅਰ ਉਹਨੂੰ ਯੂਜ਼ ਕਰਦੇ ਹਾਂ। ਨੈਕਸਟ ਆ ਜਾਂਦਾ ਵੇਜ਼ ਆਫ ਮੇਕਿੰਗ ਪ੍ਰੈਜੈਂਟੇਸ਼ਨ। ਡਿਫਰੈਂਟ ਵੇਜ਼ ਕਿਹੜੇ ਨੇ ਜਿਹਦੇ ਨਾਲ ਅਸੀਂ ਆਪਣੀ ਕੋਈ ਪ੍ਰੈਜੈਂਟੇਸ਼ਨ ਬਣਾ ਸਕਦੇ ਹਾਂ। ਬੱਚੋ ਪਹਿਲਾ ਵੇ ਕੀ ਹੈਗਾ ਬਲੈਂਕ ਪ੍ਰੈਜੈਂਟੇਸ਼ਨ। ਠੀਕ ਆ, ਇੱਕ ਖਾਲੀ ਪ੍ਰੈਜੈਂਟੇਸ਼ਨ ਅਸੀਂ ਲੈ ਕੇ ਉਹਦੇ ਵਿੱਚ ਆਪਣਾ ਟੈਕਸਟ ਤੇ ਡਾਟਾ ਭਰ ਕੇ ਅਸੀਂ ਜਿਹੜੀ MS ਪਾਵਰਪੁਆਇੰਟ ਦੀ ਜਿਹੜੀ ਪ੍ਰੈਜੈਂਟੇਸ਼ਨ ਬਣਾਵਾਂਗੇ। ਬਲੈਂਕ ਮੀਨਸ ਖਾਲੀ ਪ੍ਰੈਜੈਂਟੇਸ਼ਨ ਸਾਡੇ ਕੋਲ ਆ ਜਾਏਗੀ,
ਜਿਹਦੇ ਅਕੋਰਡਿੰਗ ਅਸੀਂ ਬਣਾ ਸਕਦੇ। ਦੂਸਰਾ ਹੈਗਾ ਰੀਸੈਂਟ ਟੈਂਪਲੇਟ। ਇਹਦੇ ਵਿੱਚ ਟੈਂਪਲੇਟ ਦੀ ਆਪਸ਼ਨ, ਟੈਂਪਲੇਟ ਐਂਡ ਥੀਮਸ ਦੀ ਆਪਸ਼ਨ ਅਵੇਲੇਬਲ ਹੁੰਦੀ ਹੈ। ਅਸੀਂ ਫਾਈਲ ਮੈਨੂ ਜਦੋਂ ਟੈਂਪਲੇਟ ਐਂਡ ਥੀਮਸ ਦੇ ਉੱਪਰ ਕਲਿੱਕ ਕਰਾਂਗੇ ਬਹੁਤ ਸਾਰੇ ਟੈਂਪਲੇਟ ਐਂਡ ਥੀਮ ਸਾਡੇ ਕੋਲ ਅਵੇਲੇਬਲ ਹੋਣਗੇ। ਇਹਦੇ ਵਿੱਚ ਇੱਕ ਆਪਸ਼ਨ ਹੋਏਗੀ ਰੀਸੈਂਟ ਟੈਂਪਲੇਟ, ਜਿਹੜਾ ਅਸੀਂ ਕਰੰਟਲੀ ਅਜੇ ਹੁਣੇ ਇੱਕ ਟੈਂਪਲੇਟ ਯੂਜ਼ ਕੀਤਾ ਹੈ ਉਸ ਟੈਂਪਲੇਟ ਨੂੰ ਅਸੀਂ ਦੁਬਾਰਾ ਯੂਜ਼ ਕਰਨਾ ਚਾਹੁੰਦੇ ਹਾਂ ਤਾਂ ਰੀਸੈਂਟ ਟੈਂਪਲੇਟ ਦੇ ਉੱਪਰ ਅਸੀਂ ਕਲਿੱਕ ਕਰਾਂਗੇ। ਜਿਹੜਾ ਅਸੀਂ ਹੁਣੇ ਟੈਂਪਲੇਟ ਯੂਜ਼ ਕੀਤੇ ਹੋਣਗੇ ਉਹਦੀ ਲਿਸਟ ਆ ਜਾਏਗੀ, ਉਹਦੇ ਵਿੱਚ ਅਸੀਂ ਆਪਣਾ ਟੈਂਪਲੇਟ ਦੇ ਉੱਪਰ ਕਲਿੱਕ ਕਰਕੇ ਸੇਮ ਟੈਂਪਲੇਟ ਦੇ ਨਾਲ ਜਿਹੜੀ ਹੈਗੀ ਆ ਸਲਾਈਡ ਬਣ ਜਾਏਗੀ। ਐਕਚੁਅਲੀ ਬੱਚੋ ਟੈਂਪਲੇਟ ਕੀ ਹੁੰਦੇ ਨੇ, ਇਹ ਸਾਡੇ ਕੋਲ ਪ੍ਰੀ ਡਿਫਾਈਨਡ ਜਿਹੜੀਆਂ ਕਮਾਂਡਸ ਇਹਦੇ ਵਿੱਚ ਅਪਲਾਈ ਹੁੰਦੀਆਂ ਨੇ, ਪਹਿਲਾਂ ਤੋਂ ਹੀ ਬਣੇ ਹੋਏ ਫਾਰਮੈਟ ਹੁੰਦੇ ਨੇ। ਇਹਦੇ ਲਈ ਸਾਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪੈਂਦੀ, ਉਹਨਾਂ ਫਾਰਮੈਟ ਦੀ ਵਰਤੋਂ ਕਰਕੇ ਅਸੀਂ ਇੱਕ ਨਵੀਂ ਸਲਾਈਡ ਜਿਹੜੀ ਉਹ ਬਣਾ ਸਕਦੇ ਹਾਂ। ਦੂਸਰਾ ਬੱਚੋ ਆ ਜਾਂਦੇ ਫਿਰ ਸੈਂਪਲ ਟੈਂਪਲੇਟ। ਸੈਂਪਲ ਟੈਂਪਲੇਟ ਦੇ ਵਿੱਚ ਬਹੁਤ ਸਾਰੇ ਸੈਂਪਲ ਅਵੇਲੇਬਲ ਹੋਣਗੇ, ਉਸ ਵਿੱਚੋਂ ਅਸੀਂ ਕੋਈ ਵੀ ਇੱਕ ਸੈਂਪਲ ਚੂਜ਼ ਕਰਕੇ ਜਿਹੜਾ ਸਾਨੂੰ ਅੱਛਾ ਲੱਗੇ ਉਹਦੇ ਨਾਲ ਅਸੀਂ ਆਪਣੀ ਸਲਾਈਡ ਬਣਾ ਸਕਦੇ ਹਾਂ। ਜਾਂ ਇਹਦੇ ਵਿੱਚ ਬਹੁਤ ਸਾਰੇ ਸਾਡੇ ਕੋਲ ਥੀਮਸ ਵੀ ਅਵੇਲੇਬਲ ਨੇ। ਸੇਮ ਸੈਂਪਲ ਐਂਡ ਟੈਂਪਲ ਐਂਡ ਥੀਮਸ ਦੇ ਵਿੱਚ ਜਿਹੜੇ ਥੀਮਸ ਦੇ ਉੱਪਰ ਕਲਿੱਕ ਕਰਕੇ ਥੀਮਸ ਬੱਚੋ ਕੀ ਹੁੰਦੇ ਨੇ, ਪ੍ਰੀ ਡਿਫਾਈਨਡ ਕਲਰ ਦੇ ਕੰਬੀਨੇਸ਼ਨ ਜਿਹੜੇ ਅਸੀਂ ਦਿੱਤੇ ਨੇ, ਬੈਕਗ੍ਰਾਉਂਡ ਦੇ ਕੰਬੀਨੇਸ਼ਨ ਦਿੱਤੇ ਨੇ। ਸੋ ਅਸੀਂ ਜਿਹੜਾ ਵੀ ਥੀਮ ਸਿਲੈਕਟ ਕਰਾਂਗੇ ਸੇਮ ਥੀਮ ਦੀਆਂ ਸਾਡੇ ਕੋਲ ਸਲਾਈਡਸ ਜਿਹੜੀਆਂ ਆਟੋਮੈਟਿਕਲੀ ਬਣ ਜਾਣਗੀਆਂ, ਜਿਹਦੇ ਵਿੱਚ ਅਸੀਂ ਆਪਣੀਆਂ ਚੇਂਜਸ ਕਰਕੇ ਇੱਕ ਨਵੀਂ ਜਿਹੜੀ ਸਲਾਈਡ ਉਹ ਬਣਾ ਦਾਂਗੇ। ਜਾਂ ਮਾਈ ਟੈਂਪਲੇਟ ਹੋਏਗਾ ਬੱਚੋ, ਜਿਹੜੇ ਅਸੀਂ ਖੁਦ ਦੇ ਵੀ ਆਪਣੇ ਟੈਂਪਲੇਟ ਕੋਈ ਡਿਵੈਲਪ ਕਰ ਸਕਦੇ ਹਾਂ, ਕੋਈ ਚੇਂਜਸ ਕਰਕੇ ਉਹਦਾ ਟੈਂਪਲੇਟ ਬਣਾ ਸਕਦੇ ਹਾਂ। ਸੋ ਮਾਈ ਟੈਂਪਲੇਟ ਦੇ ਵਿੱਚ ਅਸੀਂ ਉਸ ਟੈਂਪਲੇਟ ਨੂੰ ਯੂਜ਼ ਕਰਕੇ ਇੱਕ ਨਵੀਂ ਸਲਾਈਡ ਜਿਹੜੀ ਡਿਜ਼ਾਈਨ ਕਰਾਂਗੇ। ਸੋ ਇਹ ਡਿਫਰੈਂਟ ਵੇ ਨੇ ਜਿਹਦੇ ਨਾਲ ਅਸੀਂ ਆਪਣੀ ਪ੍ਰੈਜੈਂਟੇਸ਼ਨ ਬਣਾ ਸਕਦੇ ਹਾਂ। ਨੈਕਸਟ ਬੱਚਾ ਹੈਗਾ ਕ੍ਰੀਏਟ ਅ ਪ੍ਰੈਜੈਂਟੇਸ਼ਨ ਥਰੂ ਨਿਊ ਫਰੋਮ ਐਗਜ਼ਿਸਟਿੰਗ। ਜਿਸ ਤਰ੍ਹਾਂ ਅਸੀਂ ਇੱਕ ਪਹਿਲਾਂ ਕੋਈ ਪ੍ਰੈਜੈਂਟੇਸ਼ਨ ਬਣਾਈ, ਠੀਕ ਹੈ, ਉਹਦੇ ਵਰਗੀ ਹੀ ਜਾਂ ਉਹਦੇ ਫਾਰਮੈਟ ਦੇ ਨਾਲ ਹੀ ਇੱਕ ਨਵੀਂ ਪ੍ਰੈਜੈਂਟੇਸ਼ਨ ਬਣਾਣੀ ਆ। ਅਸੀਂ ਜਦੋਂ ਫਾਈਲ ਮੈਨੂ ਤੇ ਕਲਿੱਕ ਕਰਾਂਗੇ ਤੇ ਇਹਦੇ ਵਿੱਚੋਂ ਅਸੀਂ ਆਪਸ਼ਨ ਲਵਾਂਗੇ ਕ੍ਰੀਏਟ ਪ੍ਰੈਜੈਂਟੇਸ਼ਨ ਥਰੂ ਨਿਊ ਫਰੋਮ ਐਗਜ਼ਿਸਟਿੰਗ। ਜੇਕਰ ਅਸੀਂ ਇੱਕ ਨਵੀਂ ਬਣਾਣੀ ਆ ਪਹਿਲਾਂ ਵਾਲੀ ਬਣੀ ਹੋਈ ਜਿਹੜੀ ਸਾਡੇ ਕੋਲ ਪ੍ਰੈਜੈਂਟੇਸ਼ਨ ਉਹਦੇ ਤੋਂ, ਜਦੋਂ ਇੱਥੇ ਕਲਿੱਕ ਕਰਾਂਗੇ ਪਹਿਲਾਂ ਬਣੀਆਂ ਹੋਈਆਂ ਪ੍ਰੈਜੈਂਟੇਸ਼ਨ ਖੁੱਲ ਜਾਣਗੀਆਂ। ਜਿਹੜੀ ਵੀ ਪ੍ਰੈਜੈਂਟੇਸ਼ਨ ਤੇ ਅਸੀਂ ਕਲਿੱਕ ਕਰਾਂਗੇ ਸੇਮ ਫਾਰਮੈਟ ਦੀ ਸਾਡੇ ਕੋਲ ਇੱਕ ਨਵੀਂ ਪ੍ਰੈਜੈਂਟੇਸ਼ਨ ਅਵੇਲੇਬਲ ਹੋ ਜਾਏਗੀ, ਜਿਹਦੇ ਨਾਲ ਅਸੀਂ ਉਸ ਪ੍ਰੈਜੈਂਟੇਸ਼ਨ ਨੂੰ ਰਨ ਕਰ ਸਕਦੇ ਹਾਂ। ਇੱਕ ਨਵੀਂ ਪ੍ਰੈਜੈਂਟੇਸ਼ਨ ਸਾਡੇ ਕੋਲ ਬਣ ਜਾਏਗੀ ਪਹਿਲਾਂ ਵਾਲੇ ਫਾਰਮੈਟ ਦੀ। ਨੈਕਸਟ ਬੱਚੋ ਹੈਗਾ ਹੈ ਇਨਸਰਟਿੰਗ ਨਿਊ ਸਲਾਈਡ। ਕੀ ਹੁੰਦਾ ਹੈ ਕਿ ਜਦੋਂ ਅਸੀਂ ਸਲਾਈਡਸ ਬਣਾ ਰਹੇ ਹਾਂ, ਤੁਹਾਨੂੰ ਕਿਹਾ ਦੱਸਿਆ ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਮਲਟੀਪਲ ਸਲਾਈਡ ਹੁੰਦੀਆਂ ਨੇ। ਜਦੋਂ ਵੀ ਸਾਨੂੰ ਇੱਕ ਨਵੀਂ ਸਲਾਈਡ ਇਨਸਰਟ ਕਰਨੀ ਹੈ ਤਾਂ ਅਸੀਂ ਕੀਬੋਰਡ ਤੋਂ Ctrl+M ਕੀ ਪ੍ਰੈਸ ਕਰਾਂਗੇ। Ctrl+M ਪ੍ਰੈਸ ਕਰਾਂਗੇ ਤਾਂ ਇੱਕ ਸਾਡੇ ਕੋਲ ਜਿਹੜਾ ਸਲਾਈਡ ਲੇਆਊਟ ਦਾ ਮੈਨੂ ਖੁੱਲ ਜਾਏਗਾ, ਜਿਹਦੇ ਵਿੱਚ ਅਸੀਂ ਕੋਈ ਵੀ ਲੇਆਊਟ ਸਿਲੈਕਟ ਕਰਕੇ ਉਹਦੀ ਇੱਕ ਨਵੀਂ ਸਲਾਈਡ ਜਿਹੜੀ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਇਨਸਰਟ ਕਰਾਂਗੇ। ਇਸ ਤਰ੍ਹਾਂ ਅਸੀਂ ਮਲਟੀਪਲ ਜਿਹੜੀਆਂ ਸਲਾਈਡਸ ਜਿਹੜੀਆਂ ਇਨਸਰਟ ਕਰਕੇ ਉਹਨਾਂ ਦੇ ਵਿੱਚ ਚੇਂਜਸ ਕਰਕੇ ਅਸੀਂ ਆਪਣੀ ਇੱਕ ਨਵੀਂ ਪ੍ਰੈਜੈਂਟੇਸ਼ਨ ਜਿਹੜੀ ਉਹ ਬਣਾ ਸਕਦੇ ਹਾਂ। ਨੈਕਸਟ ਬੱਚੋ ਇਹਦੇ ਵਿੱਚ ਆ ਜਾਂਦਾ ਹੈ ਲੇਆਊਟ। ਬਹੁਤ ਸਾਰੇ ਸਾਡੇ ਕੋਲ ਲੇਆਊਟ ਅਵੇਲੇਬਲ ਨੇ, ਕਿਉਂਕਿ ਇੱਕ ਪ੍ਰੈਜੈਂਟੇਸ਼ਨ ਜਿਹੜਾ ਉਹ ਮਿਕਸਚਰ ਹੁੰਦਾ ਹੈ, ਆਡੀਓ, ਵੀਡੀਓ, ਟੈਕਸਟ, ਠੀਕ ਹੈ, ਗ੍ਰਾਫ, ਇਹਦੇ ਇਲਾਵਾ ਹੋਰ ਵੀ ਅਸੀਂ ਕਈ ਕਿਸਮ ਦੇ ਲੇਆਊਟਸ, ਟੇਬਲ, ਠੀਕ ਹੈ, ਇਹ ਸਾਰੇ ਲੇਆਊਟਸ ਦਾ ਮਿਕਸਚਰ ਹੁੰਦਾ ਹੈ ਇੱਕ ਪ੍ਰੈਜੈਂਟੇਸ਼ਨ। ਸੋ ਅਸੀਂ ਕਿਸ ਤਰ੍ਹਾਂ ਦਾ ਲੇਆਊਟ ਯੂਜ਼ ਕਰਨਾ, ਇਟ ਮੀਨਸ ਜੇਕਰ ਮੈਂ ਟੇਬਲ ਸਪੋਜ਼ ਕਿ ਇਨਸਰਟ ਕਰਨਾ ਚਾਹਨਾ ਤਾਂ ਮੇਰੇ ਕੋਲ ਟੇਬਲ ਦਾ ਲੇਆਊਟ ਹੈ। ਜਦੋਂ ਮੈਂ ਟੇਬਲ ਦੇ ਲੇਆਊਟ ਤੇ ਕਲਿੱਕ ਕਰਾਂਗਾ ਤਾਂ ਆਟੋਮੈਟਿਕਲੀ ਪਾਵਰਪੁਆਇੰਟ ਮੈਨੂੰ ਇੱਕ ਟੇਬਲ ਬਣਾਉਣ ਦਾ ਫਾਰਮੈਟ ਦੇ ਦੇਗਾ, ਜਿਹਦੇ 'ਚ ਮੇਰਾ ਟੇਬਲ ਈਜ਼ੀਲੀ ਡਿਵੈਲਪ ਹੋ ਜਾਏਗਾ। ਸੋ ਜੇਕਰ ਮੈਂ ਚਾਰਟ ਬਣਾਉਣਾ ਚਾਹਨਾ ਤਾਂ ਚਾਰਟ ਦਾ ਲੇਆਊਟ ਆ ਜਾਏਗਾ। ਸੋ ਲੇਆਊਟ ਦੇ ਨਾਲ ਅਸੀਂ ਕਿਸੇ ਵੀ ਕਿਸਮ ਦਾ ਲੇਆਊਟ ਜਿਹੜਾ ਸਿਲੈਕਟ ਕਰਾਂਗੇ ਉਸੇ ਲੇਆਊਟ ਦੀ ਸਾਡੀ ਸਲਾਈਡ ਬਣ ਜਾਏਗੀ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਟੇਬਲ, ਜੇਕਰ ਮੈਂ ਟੇਬਲ ਬਣਾਉਣਾ ਤਾਂ ਟੇਬਲ ਦਾ ਲੇਆਊਟ ਸਿਲੈਕਟ ਕਰਾਂਗਾ। ਜੇਕਰ ਮੈਂ ਚਾਰਟ ਬਣਾਉਣਾ ਚਾਹਨਾ ਤਾਂ ਮੈਂ ਇੱਕ ਚਾਰਟ ਦਾ ਲੇਆਊਟ ਸਿਲੈਕਟ ਕਰਾਂਗਾ, ਆਟੋਮੈਟਿਕਲੀ ਮੇਰਾ ਇੱਕ ਗ੍ਰਾਫ ਜਿਹੜਾ ਬਣ ਕੇ ਆ ਜਾਏਗਾ ਮੇਰੀ ਸਲਾਈਡ ਦੇ ਵਿੱਚ। ਜਾਂ ਫਿਰ ਮੈਂ ਕੋਈ ਕਲਿੱਪ ਆਰਟ ਇਨਸਰਟ ਕਰਨਾ ਚਾਹਨਾ, ਜਿਹੜੀਆਂ ਪਹਿਲਾਂ ਤੋਂ ਹੀ ਪਿਕਚਰ ਦੀ ਗੈਲਰੀ ਹੁੰਦੀ ਹੈ ਸਾਡੇ ਪਾਵਰਪੁਆਇੰਟ ਦੇ ਵਿੱਚ, ਅਸੀਂ ਕਲਿੱਪ ਆਰਟ ਤੇ ਕਲਿੱਕ ਕਰਾਂਗੇ, ਕੈਟਾਗਰੀਜ਼ ਆ ਜਾਂਦੀਆਂ ਨੇ, ਉਹ ਕੈਟਾਗਰੀ ਸਿਲੈਕਟ ਕਰਕੇ ਉਹਦੇ ਅਕੋਰਡਿੰਗ ਅਸੀਂ ਆਪਣੀ ਪਿਕਚਰ ਇਨਸਰਟ ਕਰ ਸਕਦੇ ਹਾਂ। ਜਾਂ ਫਿਰ ਕੋਈ ਵੀ ਮੀਡੀਆ ਕਲਿੱਪ ਦੀ ਮੈਂ ਲੈ ਸਕਣਾ, ਠੀਕ ਹੈ, ਆਡੀਓ ਔਰ ਵੀਡੀਓ ਕਲਿੱਪ ਵੀ ਇਨਸਰਟ ਕਰ ਸਕਦੇ ਹਾਂ। ਮੀਡੀਆ ਕਲਿੱਪ ਦਾ ਲੇਆਊਟ ਲਵਾਂਗੇ ਤਾਂ ਕੋਈ ਵੀ ਆਡੀਓ ਵੀਡੀਓ ਦੀ ਫਾਈਲ ਅਸੀਂ ਇਨਸਰਟ ਕਰ ਸਕਦੇ ਹਾਂ। ਜਾਂ ਫਿਰ ਸਮਾਰਟ ਆਰਟ ਹੁੰਦਾ ਬੱਚੋ, ਇਹਦੇ ਵਿੱਚ ਬਹੁਤ ਸਾਰੀਆਂ ਕੈਟਾਗਰੀ ਨੇ ਸਮਾਰਟ ਆਰਟ ਦੇ ਵਿੱਚ, ਠੀਕ ਹੈ। ਜਿਸ ਤਰ੍ਹਾਂ ਅਸੀਂ ਕੋਈ ਗ੍ਰਾਫ ਬਣਾਉਣਾ ਹੈ, ਕਿਸੇ ਆਰਗੇਨਾਈਜੇਸ਼ਨ ਦਾ ਚਾਰਟ ਬਣਾਉਣਾ ਹੈ, ਉਹਦੇ ਸਾਡੇ ਕੋਲ ਸਮਾਰਟ ਆਰਟ ਅਵੇਲੇਬਲ ਨੇ। ਜਦੋਂ ਅਸੀਂ ਸਮਾਰਟ ਆਰਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਉਹਦੇ ਵਿੱਚੋਂ ਕੈਟੇਗਰੀ ਦੇ ਵਿੱਚੋਂ ਜਿਹੜਾ ਵੀ ਅਸੀਂ ਆਰਟ ਸਿਲੈਕਟ ਕਰਾਂਗੇ ਸੇਮ ਸਮਾਰਟ ਆਰਟ ਦੇ ਅਸੀਂ ਜਿਹੜੀ ਆ ਸਾਡੇ ਇਨਸਰਟ ਹੋ ਜਾਏਗਾ ਪ੍ਰੈਜੈਂਟੇਸ਼ਨ ਦੇ ਵਿੱਚ।
ਅਸੀਂ ਉਹਦੇ ਵਿੱਚ ਚੇਂजेस ਕਰਕੇ ਆਪਣਾ ਜਿਹੜਾ ਹੈਗਾ ਇਹ ਸਲਾਈਡ ਬਣਾ ਲਾਂਗੇ। ਸੋ ਇਹਦੇ ਵਿੱਚ ਅਸੀਂ ਵਰਡ ਆਰਟ ਵੀ ਇਨਸਰਟ ਕਰ ਸਕਦੇ ਹਾਂ, ਜਿਸ ਤਰ੍ਹਾਂ MS ਵਰਡ ਦੇ ਵਿੱਚ ਕੀਤਾ ਸੀਗਾ। ਸੋ ਵਰਡ ਆਰਟ ਦੇ ਉੱਪਰ ਕਲਿੱਕ ਕਰਕੇ ਅਸੀਂ ਕੋਈ ਵੀ ਆਪਣਾ ਜਿਹੜਾ ਟੈਕਸਟ ਦੇ ਕੇ ਸੇਵ ਵਰਡ ਆਰਟ ਜਿਹੜਾ ਸਾਡੇ ਪਾਵਰ ਪੁਆਇੰਟ ਦੀ ਸਲਾਈਡ ਦੇ ਵਿੱਚ ਆ ਜਾਏਗਾ, ਜਿਹੜਾ ਜਿਹਦੇ ਵਿੱਚ ਪਹਿਲਾਂ ਤੋਂ ਹੀ ਪ੍ਰੀ ਡਿਫਾਈਨਡ ਤੁਹਾਨੂੰ ਪਤਾ ਉਹਦੇ ਵਿੱਚ ਕਲਰ ਕੰਬੀਨੇਸ਼ਨ ਦਿੱਤੇ ਹੁੰਦੇ ਨੇ, ਜਾਂ 3D ਇਫੈਕਟ ਦਿੱਤੇ ਹੁੰਦੇ ਨੇ, ਜਾਂ ਫਿਰ ਸ਼ੈਡੋ ਦੇ ਇਫੈਕਟ ਦਿੱਤੇ ਹੁੰਦੇ ਨੇ। ਸੋ ਵਰਡ ਆਰਟ ਈਜ਼ੀਲੀ ਅਸੀਂ ਇਨਸਰਟ ਕਰ ਸਕਦੇ ਹਾਂ। ਨੈਕਸਟ ਬੱਚੋ ਇਹਦੇ ਵਿੱਚ ਆ ਜਾਂਦਾ ਐਨੀਮੇਸ਼ਨ। ਐਨੀਮੇਸ਼ਨ ਕੀ ਹੁੰਦੀ ਹੈ ਕਿ ਅਸੀਂ ਜਿਹੜੇ ਵੀ ਆਪਣੇ ਆਬਜੈਕਟਸ ਦਿੰਨੇ ਆ ਇਹਦੇ ਵਿੱਚ ਅਸੀਂ ਉਹਦੀ ਮੂਵਮੈਂਟਸ ਕਰ ਸਕਦੇ ਹਾਂ ਯੂਜ਼ਿੰਗ ਐਨੀਮੇਸ਼ਨ। ਐਨੀਮੇਸ਼ਨ ਸਾਡੇ ਜਿੰਨੇ ਵੀ ਕੋਈ ਪਿਕਚਰ ਦਿੱਤੀ ਹੈ, ਟੈਕਸਟ ਦਿੱਤਾ ਹੈ, ਉਸ ਆਬਜੈਕਟ ਦੀ ਅਸੀਂ ਮੂਵਮੈਂਟ ਕਰ ਸਕਦੇ ਹਾਂ। ਜਿਸ ਤਰ੍ਹਾਂ ਆਬਜੈਕਟ ਸਾਡਾ ਲੈਫਟ ਟੂ ਰਾਈਟ ਨੂੰ ਟਰਨ ਕਰਦਾ ਆਏਗਾ, ਜਾਂ ਰਾਈਟ ਟੂ ਲੈਫਟ ਆਏਗਾ, ਠੀਕ ਹੈ, ਜਾਂ ਸਕਰੋਲ ਕਰਦਾ ਆਏਗਾ, ਠੀਕ ਹੈ, ਜਾਂ ਜ਼ੂਮ ਇਨ ਹੁੰਦਾ ਆਏਗਾ, ਜਾਂ ਜ਼ੂਮ ਆਊਟ ਹੁੰਦਾ ਆਏਗਾ। ਬਹੁਤ ਸਾਰੀਆਂ ਐਨੀਮੇਸ਼ਨ ਦੇ ਇਫੈਕਟਸ ਹੈਗੇ ਨੇ ਜਿਹੜੇ ਅਸੀਂ ਆਪਣੇ ਡਿਫਰੈਂਟ ਆਬਜੈਕਟ ਦੇ ਉੱਪਰ ਅਪਲਾਈ ਕਰ ਸਕਦੇ ਹਾਂ। ਸੋ ਐਨੀਮੇਸ਼ਨ ਸਕੀਮ ਦੇ ਵਿੱਚ ਅਸੀਂ ਉਸ ਨੂੰ ਸਿਲੈਕਟ ਕਰਾਂਗੇ। ਨੈਕਸਟ ਬੱਚੋ ਹੈਗਾ ਸਲਾਈਡ ਟ੍ਰਾਂਜੀਸ਼ਨ। ਦੇਖੋ ਟ੍ਰਾਂਜੀਸ਼ਨ ਵੀ ਇਫੈਕਟ ਹੀ ਹੈਗੇ ਨੇ, ਬਟ ਇਹਦੇ ਚ ਸਲਾਈਡ ਐਨੀਮੇਸ਼ਨ ਐਂਡ ਸਲਾਈਡ ਟ੍ਰਾਂਜੀਸ਼ਨ ਦੇ ਵਿੱਚ ਕੀ ਡਿਫਰੈਂਟ ਹੈਗਾ ਹੈ। ਜਿਹੜੇ ਬੱਚੋ ਸਲਾਈਡ ਐਨੀਮੇਸ਼ਨ ਹੈਗਾ ਹੈ ਇਹ ਇੱਕ ਸਲਾਈਡ ਦੇ ਵਿੱਚ ਜੇਕਰ 3 ਆਬਜੈਕਟ ਨੇ ਤਾਂ ਉਹਨਾਂ ਉੱਪਰ ਅਪਲਾਈ ਹੋਏਗਾ, ਠੀਕ ਹੈ। ਇੱਕ ਸਲਾਈਡ ਦੇ ਵਿੱਚ ਜੇਕਰ 3 ਆਬਜੈਕਟ ਹੈ ਤਾਂ ਉਹਦੇ ਚ ਅਸੀਂ ਡਿਫਰੈਂਟ ਐਨੀਮੇਸ਼ਨ ਅਪਲਾਈ ਕਰ ਸਕਦੇ ਹਾਂ। ਜਦਕਿ ਸਲਾਈਡ ਟ੍ਰਾਂਜੀਸ਼ਨ ਕੀ ਹੈਗਾ ਹੈ, 2 ਸਲਾਈਡਸ ਦੇ ਵਿੱਚ ਅਸੀਂ ਕਿਸ ਤਰ੍ਹਾਂ ਦੀ ਐਨੀਮੇਸ਼ਨ ਦੇਣੀ ਹੈ, ਠੀਕ ਹੈ। ਇੱਕ ਸਲਾਈਡ ਖਤਮ ਹੋ ਗਈ, ਉਹਦੇ ਬਾਅਦ ਦੂਸਰੀ ਸਲਾਈਡ ਆਏਗੀ, ਉਹਦੇ ਵਿੱਚ ਜਿਹੜੀ ਅਸੀਂ ਐਨੀਮੇਸ਼ਨ ਦਵਾਂਗੇ ਉਹਨੂੰ ਅਸੀਂ ਸਲਾਈਡ ਟ੍ਰਾਂਜੀਸ਼ਨ ਕਵਾਂਗੇ ਕਿ ਇੱਕ ਸਲਾਈਡ ਦੇ ਬਾਅਦ ਦੂਸਰੀ ਸਲਾਈਡ ਦੀ ਅਪੀਅਰੈਂਸ ਕੀ ਹੋਏਗੀ। ਸੋ ਇਹ ਜਿਹੜਾ ਮਾਈਨਰ ਡਿਫਰੈਂਸ ਹੈਗਾ ਐਨੀਮੇਸ਼ਨ ਐਂਡ ਟ੍ਰਾਂਜੀਸ਼ਨ ਦੇ ਵਿੱਚ। ਫਿਰ ਇਹਦੇ ਵਿੱਚ ਬੱਚੋ ਨੈਕਸਟ ਕੀ ਹੈਗਾ ਸਾਡੇ ਕੋਲ ਪਾਵਰ ਪੁਆਇੰਟ ਦੇ ਡਿਫਰੈਂਟ ਵਿਊਜ਼ ਹੈਗੇ ਨੇ। ਇਹਨਾਂ ਵਿਊਜ਼ ਨੂੰ ਯੂਜ਼ ਕਰਕੇ ਅਸੀਂ ਆਪਣੀ ਪਾਵਰ ਪੁਆਇੰਟ ਦੀ ਜਿਹੜੀ ਸਲਾਈਡ ਉਹ ਦੇਖ ਸਕਦੇ ਹਾਂ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਹੈਗਾ ਨਾਰਮਲ ਵਿਊ। ਨਾਰਮਲ ਵਿਊ ਕੀ ਹੁੰਦਾ ਬੱਚੋ, ਜਿਹਦੇ ਵਿੱਚ ਅਸੀਂ ਹਰ ਕਿਸਮ ਦੀ ਚੇਂਜ ਜਿਹੜੀ ਹੈਗੀ ਹੈ ਪਾਵਰ ਪੁਆਇੰਟ ਦੀ ਸਲਾਈਡ ਦੇ ਵਿੱਚ ਕੋਈ ਵੀ ਜਿਹੜੀ ਚੇਂਜ ਹੈਗੀ ਨਾਰਮਲ ਵਿਊ ਦੇ ਵਿੱਚ ਕਰਦੇ ਆ। ਜਦੋਂ ਨਾਰਮਲ ਵਿਊ ਤੇ ਕਲਿੱਕ ਕਰਾਂਗੇ ਅਸੀਂ ਨਵਾਂ ਕੋਈ ਆਬਜੈਕਟ ਇਨਸਰਟ ਕਰਨਾ ਹੈ, ਕਲਰ ਚੇਂਜ ਕਰਨਾ ਹੈ, ਥੀਮਸ ਅਪਲਾਈ ਕਰਨੇ ਨੇ, ਠੀਕ ਹੈ। ਕੁਝ ਵੀ ਅਸੀਂ ਜਿਹੜਾ ਕੰਮ ਕਰਨਾ ਹੈ ਉਹ ਨਾਰਮਲ ਵਿਊ ਦੇ ਵਿੱਚ, ਐਡੀਟਿੰਗ ਦਾ ਕੰਮ ਨਾਰਮਲ ਵਿਊ ਦੇ ਵਿੱਚ ਹੋਏਗਾ। ਨੈਕਸਟ ਆ ਜਾਂਦਾ ਬੱਚੋ ਸਲਾਈਡ ਸ਼ਾਰਟਰ ਵਿਊ, ਜਿਹਦੇ ਵਿੱਚ ਛੋਟੇ-ਛੋਟੇ ਥੰਬਨੇਲਸ ਦੇ ਵਿੱਚ ਸਾਡੇ ਕੋਲ ਸਲਾਈਡ ਅਵੇਲੇਬਲ ਹੋਏਗੀ। ਸਲਾਈਡ ਸ਼ਾਰਟਰ ਵਿਊ ਦੇ ਵਿੱਚ ਅਸੀਂ ਸਲਾਈਡਸ ਦੇ ਜਿਹੜੇ ਆਰਡਰ ਹੈਗੇ ਆ ਉਹਨੂੰ ਡਿਸਾਈਡ ਕਰ ਸਕਦੇ ਹਾਂ। ਕਈ ਵਾਰ ਕੀ ਹੁੰਦਾ ਬੱਚੋ, ਜਿਹੜੀ 5 ਨੰਬਰ ਦੇ ਉੱਪਰ ਅਸੀਂ ਸਲਾਈਡ ਲਗਾਈ ਅਸੀਂ ਉਹਨੂੰ 3 ਨੰਬਰ ਦੇ ਉੱਪਰ ਐਕਚੁਅਲੀ ਚਲਾਉਣਾ ਚਾਹੁੰਦੇ ਸੀ। ਫਿਰ ਅਸੀਂ ਸਲਾਈਡ ਸ਼ਾਰਟਰ ਵਿਊ ਕਰਾਂਗੇ, 5 ਨੰਬਰ ਵਾਲੀ ਸਲਾਈਡ ਨੂੰ ਕਲਿੱਕ ਕਰਕੇ ਡਰੈਗ ਕਰਕੇ 3 ਨੰਬਰ ਤੇ ਆ ਕੇ ਰੱਖ ਦਿਆਂਗੇ। ਆਟੋਮੈਟਿਕਲੀ 3 ਵਾਲੀ 4 ਤੇ 4 ਵਾਲੀ 5 ਹੋ ਜਾਏਗੀ, ਤਾਂ ਉਹਦੇ ਵਿੱਚ ਜਿਹੜੀ 5 ਨੰਬਰ ਵਾਲੀ ਸਲਾਈਡ ਸੀ ਉਹ 3 ਨੰਬਰ ਦੇ ਵਿੱਚ ਇਨਸਰਟ ਹੋਗੀ। ਇਸ ਤਰ੍ਹਾਂ ਅਸੀਂ ਉਹਦਾ ਆਰਡਰ ਜਿਹੜਾ ਰੀਅਰੇਂਜ ਕਰ ਸਕਦੇ ਹਾਂ ਇਨ ਸਲਾਈਡ ਸ਼ਾਰਟਰ ਵਿਊ ਦੇ ਵਿੱਚ। ਨੈਕਸਟ ਹੈਗਾ ਬੱਚੋ ਨੋਟਸ ਪੇਜ, ਜਿਹਦੇ ਵਿੱਚ ਅਸੀਂ ਆਪਣੀ ਸਲਾਈਡ ਬਾਰੇ ਕੋਈ ਨੋਟਸ ਜਿਹੜੇ ਹੈਗੇ ਆ ਉਹ ਲਿਖ ਸਕਦੇ ਹਾਂ, ਠੀਕ ਹੈ, ਕਿ ਕਿਸ ਚੀਜ਼ ਬਾਰੇ ਸਲਾਈਡ ਬਣਾਈ ਹੈਗੀ ਆ, ਠੀਕ ਹੈ। ਇਹਨੂੰ ਸਪੀਕਰ ਨੋਟਸ ਵੀ ਅਸੀਂ ਕਹਿ ਸਕਦੇ ਹਾਂ। ਉਹਦੇ ਬਾਅਦ ਨੈਕਸਟ ਹੈਗਾ ਬੱਚੋ ਰੀਡਿੰਗ। ਰੀਡਿੰਗ ਦੇ ਵਿੱਚ ਕੀ ਹੁੰਦਾ ਹੈ ਕਿ ਐਕਚੁਅਲੀ ਰੀਡਿੰਗ ਪ੍ਰੂਫਿੰਗ ਅਸੀਂ ਇਹਨੂੰ ਕਹਿ ਸਕਦੇ ਹਾਂ, ਕਿ ਅਸੀਂ ਆਪਣੀ ਸਲਾਈਡ ਦਾ ਪ੍ਰੂਫ ਚੈੱਕ ਕਰਨਾ ਹੈ ਕਿ ਅਸੀਂ ਜੋ ਟੈਕਸਟ ਦਿੱਤਾ ਉਹ ਸਹੀ ਹੈ। ਸੋ ਅਸੀਂ ਉਹਨੂੰ ਰੀਡਿੰਗ ਵਿਊ ਲਵਾਂਗੇ, ਜਿਹਦੇ ਵਿੱਚ ਸਾਡਾ ਮਾਸਟਰ ਸਲਾਈਡ ਦਾ ਸਾਰਾ ਵਿਊ ਆ ਜਾਏਗਾ, ਜਿਹਦੇ ਵਿੱਚ ਅਸੀਂ ਉਹ ਸਲਾਈਡ ਦਾ ਜਿਹੜੀ ਰੀਡਿੰਗ ਕਰ ਸਕਦੇ ਹਾਂ, ਪ੍ਰੂਫਿੰਗ ਚੈੱਕ ਕਰ ਸਕਦੇ ਹਾਂ, ਗਲਤੀਆਂ ਜਿਹੜੀਆਂ ਰਿਮੂਵ ਕਰ ਸਕਦੇ ਹਾਂ। ਲਾਸਟ ਤੇ ਸਾਡੇ ਕੋਲ ਮਾਸਟਰ ਹੁੰਦਾ ਹੈ ਬੱਚੋ। ਮਾਸਟਰ ਦੇ ਵਿੱਚ ਸਾਡੇ ਕੋਲ ਆਬਜੈਕਟ ਵਾਈਜ਼ ਜਿਹੜੀ ਸਾਰੀ ਸਲਾਈਡ ਦਿਖਾਈ ਦੇਗੀ, ਜਿਹੜੇ ਆਬਜੈਕਟਸ ਨੂੰ ਅਸੀਂ ਅੱਗੇ ਪਿੱਛੇ ਮੂਵ ਵੀ ਕਰ ਸਕਦੇ ਹਾਂ। ਲਾਸਟ ਬੱਚੋ ਹੁਣ ਆ ਗਿਆ ਸਾਡੇ ਕੋਲ ਕਿ ਅਸੀਂ ਪਾਵਰ ਪੁਆਇੰਟ ਦੇ ਵਿੱਚੋਂ ਬਾਹਰ ਕਿਸ ਤਰ੍ਹਾਂ ਜਾਣਾ ਹੈ, ਐਗਜ਼ਿਟ ਕਿਸ ਤਰ੍ਹਾਂ ਹੋਣਾ ਹੈ। ਸੋ ਐਗਜ਼ਿਟ ਵਾਸਤੇ ਅਸੀਂ ਅਲਟ F4 ਕੀ ਪ੍ਰੈਸ ਕਰਾਂਗੇ। ਅਲਟ F4 ਕੀ ਪ੍ਰੈਸ ਕਰਾਂਗੇ ਤਾਂ ਪਾਵਰ ਪੁਆਇੰਟ ਬੰਦ ਹੋ ਜਾਏਗਾ। ਜੇਕਰ ਸਲਾਈਡ ਅਸੀਂ ਸੇਵ ਨਹੀਂ ਕੀਤੀ ਤਾਂ ਇੱਕ ਡਾਇਲੌਗ ਬਾਕਸ ਆ ਜਾਏਗਾ ਕਿ ਅਸੀਂ ਆਪਣੀ ਸਲਾਈਡ ਨੂੰ ਸੇਵ ਕਰਨਾ ਚਾਹੁੰਦੇ ਹਾਂ ਕਿ ਨਹੀਂ। ਜੇ ਯੈਸ ਕਰਾਂਗੇ ਤਾਂ ਸੇਵ ਹੋ ਜਾਏਗੀ, ਨੋ ਕਰਾਂਗੇ ਤਾਂ ਸਾਡੀਆਂ ਚੇਂਜਸ ਜਿਹੜੀਆਂ ਖਤਮ ਹੋ ਜਾਣਗੀਆਂ, ਸੇਵ ਨਹੀਂ ਹੋਣਗੀਆਂ। ਜਾਂ ਫਿਰ ਅਸੀਂ ਇਹਨੂੰ ਫਾਈਲ ਮੈਨੂ ਦੇ ਵਿੱਚ ਵੀ ਐਗਜ਼ਿਟ ਦੀ ਆਪਸ਼ਨ ਹੁੰਦੀ ਹੈ, ਜਿੱਥੋਂ ਅਸੀਂ ਉਹ ਐਗਜ਼ਿਟ ਦੀ ਆਪਸ਼ਨ ਲੈ ਕੇ ਆਪਣੀ ਫਾਈਲ ਨੂੰ ਸੇਵ ਕਰ ਸਕਦੇ ਹਾਂ, ਪਾਵਰ ਪੁਆਇੰਟ ਤੋਂ ਬਾਹਰ ਜਾ ਸਕਦੇ ਹਾਂ। ਲਓ ਸੋ ਬੱਚੋ ਆਓ ਹੁਣ ਅਸੀਂ ਪਹਿਲਾਂ ਵੈਸੇ ਇਹਦਾ ਪ੍ਰੈਕਟੀਕਲ ਕਰਕੇ ਦੇਖਦੇ ਹਾਂ, ਤਾਂ ਕਿ ਇਹਦੇ ਬਾਰੇ ਤੁਹਾਨੂੰ ਹੋਰ ਜ਼ਿਆਦਾ ਚੰਗੀ ਤਰ੍ਹਾਂ ਜਾਣਕਾਰੀ ਮਿਲ ਸਕੇ। ਆਓ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਪਿਆਰੇ ਬੱਚਿਓ, ਅੱਜ ਅਸੀਂ MS ਪਾਵਰਪੁਆਇੰਟ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਦੇਖਣਾ ਹੈ ਕਿ ਅਸੀਂ MS ਪਾਵਰਪੁਆਇੰਟ ਨੂੰ ਕਿਸ ਤਰ੍ਹਾਂ ਖੋਲ੍ਹਣਾ ਹੈ। ਇਹਦੇ ਲਈ ਅਸੀਂ ਸਭ ਤੋਂ ਪਹਿਲਾਂ ਸਟਾਰਟ ਬਟਨ ਤੇ ਕਲਿੱਕ ਕਰਾਂਗੇ। ਆਲ ਪ੍ਰੋਗਰਾਮ,
ਮਾਈਕਰੋਸਾਫਟ ਆਫਿਸ। ਇਹਦੇ ਵਿੱਚੋਂ ਬੱਚੋ ਇਹ ਦੇਖੋ ਮਾਈਕਰੋਸਾਫਟ ਪਾਵਰ ਪੁਆਇੰਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਮਾਈਕਰੋਸਾਫਟ ਪਾਵਰ ਪੁਆਇੰਟ ਦੀ ਵਿੰਡੋ ਸਾਡੇ ਸਾਹਮਣੇ ਖੁੱਲ ਜਾਵੇਗੀ। ਜਾਂ ਇੱਥੇ ਅਸੀਂ ਰਨ ਬਾਕਸ ਵਿੱਚ ਪਾਵਰ ਪੁਆਇੰਟ ਕਰਕੇ ਵੀ ਇਹਨੂੰ ਓਪਨ ਕਰ ਸਕਦੇ ਹਾਂ, ਜਾਂ ਸਾਡੇ ਡੈਸਕਟਾਪ ਦੇ ਆਈਕਨ ਦੇ ਨਾਲ ਅਸੀਂ ਓਪਨ ਕਰ ਸਕਦੇ ਹਾਂ। ਸੋ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਪਾਵਰ ਪੁਆਇੰਟ ਨੂੰ ਖੋਲ ਸਕਦੇ ਹਾਂ। ਸੋ ਅਸੀਂ ਮਾਈਕਰੋਸਾਫਟ ਪਾਵਰ ਪੁਆਇੰਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਪਾਵਰ ਪੁਆਇੰਟ ਦੀ ਵਿੰਡੋ ਸਾਡੇ ਸਾਹਮਣੇ ਖੁੱਲ ਜਾਏਗੀ। ਆਓ ਹੁਣ ਅਸੀਂ ਦੇਖਦੇ ਹਾਂ ਕਿ ਇਹਦੇ ਵਿੱਚ ਅਸੀਂ ਕਿਸ ਤਰ੍ਹਾਂ ਸਲਾਈਡ ਬਣਾਉਣੀ ਹੈ। ਵੱਖ-ਵੱਖ ਸਲਾਈਡਾਂ ਦੇ ਕੰਬੀਨੇਸ਼ਨ ਦੇ ਨਾਲ ਇੱਕ ਪ੍ਰੈਜੈਂਟੇਸ਼ਨ ਤਿਆਰ ਹੁੰਦੀ ਹੈ। ਜਿਸ ਤਰ੍ਹਾਂ ਦੇਖੋ ਬੱਚੋ ਇੱਕ ਸਲਾਈਡ ਸਾਡੇ ਕੋਲ ਆ ਗਈ ਹੈ। ਇਸ ਤਰ੍ਹਾਂ ਹੀ ਇਹਦੇ ਵਿੱਚ ਅਸੀਂ ਹੋਰ ਬਹੁਤ ਸਾਰੀਆਂ ਸਲਾਈਡਸ ਜਿਹੜੀਆਂ ਬਣਾ ਸਕਦੇ ਹਾਂ। ਸੋ ਇਹਨੂੰ ਸੇਵ ਕਰਨ ਵਾਸਤੇ ਅਸੀਂ ਕੰਟਰੋਲ ਐਸ ਪ੍ਰੈਸ ਕਰ ਸਕਦੇ ਹਾਂ ਕੀਬੋਰਡ ਤੋਂ, ਜਾਂ ਫਾਈਲ ਮੈਨੂ ਦੇ ਵਿੱਚ ਜਾ ਕੇ ਦੇਖੋ ਬੱਚੋ ਸੇਵ ਦੇ ਉੱਪਰ ਕਲਿੱਕ ਕਰਾਂਗੇ। ਇਹਦੇ ਵਿੱਚ ਕੰਟਰੋਲ ਐਸ ਵੀ ਲਿਖਿਆ ਆ ਗਿਆ ਹੈ। ਕੀਬੋਰਡ ਦੀ ਸ਼ਾਰਟਕਟ ਕੀ ਜਿਹੜੀ ਦੱਸ ਦਿੰਦਾ ਹੈ ਕਿ ਕਿਹੜੀ ਕੀਬੋਰਡ ਦੀ ਸ਼ਾਰਟਕਟ ਕੀ ਹੈਗੀ ਹੈ, ਜਿਹਨੂੰ ਅਸੀਂ ਪ੍ਰੈਸ ਕਰਕੇ ਸੇਮ ਕਮਾਂਡ ਨੂੰ ਪਰਫਾਰਮ ਕਰ ਸਕਦੇ ਹਾਂ। ਸੋ ਅਸੀਂ ਸੇਵ ਦੇ ਉੱਪਰ ਕਲਿੱਕ ਕਰਾਂਗੇ। ਇਹ ਸਾਨੂੰ ਕੋਈ ਫਾਈਲ ਨੇਮ ਪੁੱਛੇਗਾ, ਅਸੀਂ ਇਹਦਾ ਕੋਈ ਫਾਈਲ ਨੇਮ ਜਿਹੜਾ ਹੈਗਾ ਉਹ ਰੱਖ ਸਕਦੇ ਹਾਂ। ਟਾਈਪ ਕਰਨ ਦੇ ਬਾਅਦ ਅਸੀਂ ਸੇਵ ਦੇ ਉੱਪਰ ਕਲਿੱਕ ਕਰਾਂਗੇ। ਸੋ ਇਹ ਜਿਹੜੀ ਫਾਈਲ ਹੈ ਉਸੇ ਫਾਈਲ ਨੇਮ ਦੇ ਅੰਡਰ ਸੇਵ ਹੋ ਜਾਏਗੀ। PPTX ਦੀ ਐਕਸਟੈਂਸ਼ਨ ਹੋਏਗੀ ਪਾਵਰ ਪੁਆਇੰਟ ਦੀ। ਸੋ ਜਿਸ ਤਰ੍ਹਾਂ ਅਸੀਂ ਕੋਈ ਪਹਿਲਾਂ ਤੋਂ ਬਣੀ ਹੋਈ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ ਨੂੰ ਖੋਲ੍ਹਣਾ ਹੈ, ਇਹਨੂੰ ਅਸੀਂ ਕਲੋਜ਼ ਕਰ ਦਿਆਂਗੇ, ਬੰਦ ਹੋ ਗਈ ਹੈ। ਇਹਦੇ ਲਈ ਅਸੀਂ ਓਪਨ ਦੇ ਉੱਪਰ ਕਲਿੱਕ ਕਰਾਂਗੇ। ਓਪਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਜਿੰਨੀਆਂ ਵੀ ਪਾਵਰ ਪੁਆਇੰਟ ਦੀਆਂ ਪ੍ਰੈਜੈਂਟੇਸ਼ਨ ਸਾਡੇ ਸਾਹਮਣੇ ਆ ਜਾਣਗੀਆਂ। ਅਸੀਂ ਉਹਦੇ ਉੱਪਰ ਕਲਿੱਕ ਕਰਕੇ ਕਿਸੇ ਵੀ ਪ੍ਰੈਜੈਂਟੇਸ਼ਨ ਨੂੰ ਜਿਹੜਾ ਖੋਲ੍ਹ ਸਕਦੇ ਹਾਂ। ਸੋ ਇਹਦੇ ਵਿੱਚ ਬੱਚੋ ਅਸੀਂ ਪਾਵਰ ਪੁਆਇੰਟ ਦੀ ਵਿੰਡੋ ਦੇ ਵੱਖ-ਵੱਖ ਭਾਗ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਹਾਂ। ਸਭ ਤੋਂ ਪਹਿਲਾਂ ਇਹਦੇ ਵਿੱਚ ਬੱਚੋ ਹੈ ਫਾਈਲ ਮੈਨੂ। ਇਹਦੇ ਵਿੱਚ ਜਿਹੜੀਆਂ ਵੱਖ-ਵੱਖ ਕਮਾਂਡਸ ਜਿਹੜੀਆਂ ਹੈਗੀਆਂ ਅਸੀਂ ਪਰਫਾਰਮ ਕਰ ਸਕਦੇ ਹਾਂ। ਜਿਸ ਤਰ੍ਹਾਂ ਨਿਊ ਤੋਂ ਅਸੀਂ ਕੋਈ ਨਵੀਂ ਫਾਈਲ ਬਣਾ ਸਕਦੇ ਹਾਂ। ਓਪਨ ਤੋਂ ਪੁਰਾਣੀ ਬਣੀ ਹੋਈ ਫਾਈਲ ਨੂੰ ਖੋਲ੍ਹ ਸਕਦੇ ਹਾਂ। ਸੇਵ ਤੋਂ ਅਸੀਂ ਆਪਣੀ ਫਾਈਲ ਨੂੰ ਸੇਵ ਕਰ ਸਕਦੇ ਹਾਂ। ਸੇਵ ਐਜ ਦੇ ਨਾਲ ਉਹਦੀ ਕਾਪੀ ਕਰ ਸਕਦੇ ਹਾਂ। ਪ੍ਰਿੰਟ ਦੇ ਨਾਲ ਅਸੀਂ ਇਹਨੂੰ ਪ੍ਰਿੰਟ ਕਰ ਸਕਦੇ ਹਾਂ। ਇਸੇ ਤਰ੍ਹਾਂ ਲਾਸਟ ਵਾਲੀ ਆਪਸ਼ਨ ਕਲੋਜ਼ ਦੇ ਨਾਲ ਅਸੀਂ ਇਹਨੂੰ ਬੰਦ ਕਰ ਸਕਦੇ ਹਾਂ। ਸੋ ਇਹ ਸਾਡੇ ਕੋਲ ਸਾਰੀਆਂ ਫਾਈਲ ਮੈਨੂ ਦੀਆਂ ਕਮਾਂਡਸ ਨੇ ਜਿਹੜੀਆਂ ਫਾਈਲ ਮੈਨੂ ਤੇ ਕਲਿੱਕ ਕਰਨ ਦੇ ਨਾਲ ਆਉਂਦੀਆਂ ਨੇ। ਇਹ ਵਾਲਾ ਸਾਡਾ ਫਾਈਲ ਮੈਨੂ ਹੈ ਜਿਹਦੇ ਉੱਪਰ ਕਲਿੱਕ ਕਰਕੇ ਅਸੀਂ ਇਹ ਕੋਈ ਵੀ ਕਮਾਂਡ ਜਿਹੜੀ ਪਰਫਾਰਮ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਬੱਚੋ ਸੈਕਿੰਡ ਚੀਜ਼ ਹੈਗੀ ਆ ਕੁਇਕ ਐਸੈਸ ਟੂਲ ਬਾਰ। ਇਹ ਜਿਹੜੀ ਉੱਪਰ ਸਾਡੇ ਕੋਲ ਦਿਖਾਈ ਦੇ ਰਹੀ ਹੈ ਕੁਇਕ ਐਸੈਸ ਟੂਲ ਬਾਰ ਅਸੀਂ ਇਹਨੂੰ ਕਹਿੰਦੇ ਹਾਂ, ਜਿਹਦੇ ਵਿੱਚ ਡਿਫਾਲਟ ਤੋਂ ਸੇਵ ਤੇ ਅਨਡੂ ਰੀਡੂ ਦੇ ਬਟਨ ਹੁੰਦੇ ਹਨ। ਇਹਦੇ ਵਿੱਚ ਅਸੀਂ ਹੋਰ ਵੀ ਕਈ ਬਟਨ ਆਪਣੇ ਕੋਲੋਂ ਐਡ ਕਰ ਸਕਦੇ ਹਾਂ। ਉਹਦੇ ਬਾਅਦ ਨੈਕਸਟ ਬੱਚੋ ਆਉਂਦੀਆਂ ਨੇ ਫਿਰ ਮੈਨੂ ਬਾਰਸ, ਜਿਸ ਤਰ੍ਹਾਂ ਫਾਈਲ, ਹੋਮ, ਇਨਸਰਟ, ਇਹ ਸਾਰੀਆਂ ਸਾਡੀਆਂ ਮੈਨੂ ਬਾਰਸ ਹੈਗੀਆਂ ਨੇ ਜਿਹਦੇ ਵਿੱਚ ਅਸੀਂ ਡਿਫਰੈਂਟ ਮੈਨੂ ਹੁੰਦੇ ਨੇ। ਇਹਨਾਂ ਮੈਨੂ ਤੇ ਕਲਿੱਕ ਕਰਕੇ ਸਾਡੀਆਂ ਅੱਗੇ ਨੈਕਸਟ ਜਿਹੜੀਆਂ ਟੈਬ ਸਾਨੂੰ ਦਿਖਾਈ ਦਿੰਦੀਆਂ ਨੇ। ਸੋ ਇਹ ਸਾਡੇ ਸਾਰੇ ਮੈਨੂਸ ਨੇ। ਜਿਹੜੇ ਮੈਨੂ ਤੇ ਵੀ ਅਸੀਂ ਕਲਿੱਕ ਕਰਾਂਗੇ ਅੱਗੇ ਉਹਦਾ ਰਿਬਨ ਦਿਖਾਈ ਦੇਵੇਗਾ। ਜਿਸ ਤਰ੍ਹਾਂ ਹੋਮ ਤੇ ਕਲਿੱਕ ਕੀਤਾ ਤੇ ਹੋਮ ਦਾ ਸਾਨੂੰ ਰਿਬਨ ਦਿਖਾਈ ਦਿੰਦਾ ਹੈ। ਸੋ ਇਸੇ ਤਰ੍ਹਾਂ ਹੋਰ ਵੀ ਇਹਦੇ ਵਿੱਚ ਡਿਫਰੈਂਟ ਜਿਹੜੀਆਂ ਮੈਨੂ ਬਾਰ ਨੇ। ਹੋਮ, ਸੈਕਿੰਡ ਹੈਗੀ ਹੈ ਇਨਸਰਟ, ਇਸੇ ਤਰ੍ਹਾਂ ਡਿਜ਼ਾਈਨ, ਐਨੀਮੇਸ਼ਨ, ਸਲਾਈਡ, ਰਿਵਿਊ, ਵਿਊ, ਡਿਵੈਲਪਰ, ਇਹ ਸਾਰੀਆਂ ਹੀ ਸਾਡੀਆਂ ਜਿਹੜੀਆਂ ਮੈਨੂ ਬਾਰ ਹੈਗੀਆਂ ਨੇ। ਇਹਨਾਂ ਦੇ ਉੱਪਰ ਅਸੀਂ ਕਲਿੱਕ ਕਰਾਂਗੇ, ਇਹਨਾਂ ਦੇ ਕੋਰਸਪੋਂਡੈਂਸ ਜਿਹੜੇ ਰਿਬਨ ਹੈਗੇ ਨੇ ਉਹ ਦਿਖਾਈ ਦੇਣਗੇ। ਉਹਦੇ ਬਾਅਦ ਬੱਚੋ ਨੈਕਸਟ ਸਾਡੇ ਕੋਲ ਟਾਈਟਲ ਬਾਰ ਹੈ ਸਭ ਤੋਂ ਉੱਪਰ, ਜਿੱਥੇ ਸਾਡੀ ਫਾਈਲ ਦਾ ਜੋ ਵੀ ਅਸੀਂ ਨੇਮ ਰੱਖਾਂਗੇ ਉਹ ਸੇਵ ਕੀਤਾ ਹੋਇਆ ਨੇਮ ਦਿਖਾਈ ਦੇਵੇਗਾ। ਇਹਦੇ ਕਾਰਨਰ ਤੇ 3 ਬਟਨ ਹੁੰਦੇ ਨੇ, ਕਲੋਜ਼, ਰੀਸਟੋਰ, ਮੈਕਸੀਮਾਈਜ਼ ਔਰ ਮਿਨੀਮਾਈਜ਼। ਇਹਦੇ ਬਾਅਦ ਬੱਚੋ ਜਿੰਨੇ ਮੈਨੂ ਬਾਰ ਹੁੰਦੇ ਨੇ ਇਹਦੇ ਨੀਚੇ ਰਿਬਨ ਦਿਖਾਈ ਦਿੰਦਾ ਹੈ। ਇਹ ਰਿਬਨ ਜਿਹੜਾ ਸਾਰਾ ਗਰੁੱਪਸ ਦੇ ਵਿੱਚ ਡਿਵਾਈਡ ਹੁੰਦਾ ਹੈ। ਜਿਸ ਤਰ੍ਹਾਂ ਹੋਮ ਦੇ ਵਿੱਚ ਇਹ ਦੇਖੋ ਕਲਿੱਪ ਆਰਟ ਦਾ ਗਰੁੱਪ ਹੈਗਾ ਹੈ। ਇਹ ਸਾਡਾ ਕਲਿੱਪ ਆਰਟ ਹੈ, ਇਹ ਸਾਰਾ ਇਹਦੇ ਕਲਿੱਪ ਆਰਟ ਦਾ ਗਰੁੱਪ ਹੈ। ਉਹਦੇ ਬਾਅਦ ਨੈਕਸਟ ਸਲਾਈਡ ਦਾ ਗਰੁੱਪ ਹੈਗਾ ਹੈ। ਇਸੇ ਤਰ੍ਹਾਂ ਫੌਂਟ ਦਾ ਗਰੁੱਪ ਹੈਗਾ ਹੈ। ਸੋ ਸਾਡੇ ਸਾਰੇ ਰਿਬਨ ਜਿਹੜਾ ਹੈਗਾ
ਗਰੁੱਪਸ ਦੇ ਵਿੱਚ ਡਿਵਾਈਡ ਹੁੰਦਾ ਹੈ, ਉਸ ਗਰੁੱਪ ਦੀਆਂ ਉਹਦੇ ਵਿੱਚ ਫਿਰ ਕਮਾਂਡਸ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਅਪਲਾਈ ਕਰਦੇ ਹਾਂ। ਉਹਦੇ ਬਾਅਦ ਇਹ ਸਾਡਾ ਸਾਰਾ ਵਰਕਿੰਗ ਏਰੀਆ ਹੈਗਾ ਜਿੱਥੇ ਅਸੀਂ ਸਲਾਈਡਸ ਜਿਹੜੀ ਆ ਉਹ ਤਿਆਰ ਕਰਨੀ ਹੈ, ਸਲਾਈਡ ਬਣਾਉਣੀ ਹੈ। ਨੀਚੇ ਬੱਚੋ ਇਹ ਇੰਪੋਰਟੈਂਟ ਸਾਡੇ ਕੋਲ ਵਿਊ ਹੁੰਦੇ ਨੇ ਜਿਹਦੇ ਵਿੱਚ ਅਸੀਂ ਕੋਈ ਵੀ ਵਿਊ ਲੈ ਕੇ ਦੇਖ ਸਕਦੇ ਹਾਂ। ਨਾਰਮਲ ਵਿਊ ਲੈਣਾ ਜਾਂ ਸਲਾਈਡ ਸ਼ੋ ਵਿਊ ਲੈਣਾ ਹੈ, ਸਾਡਾ ਸਲਾਈਡ ਸ਼ੋ ਵਿਊ ਹੈ। ਇੱਥੇ ਕਲਿੱਕ ਕਰਾਂਗੇ ਤਾਂ ਸਾਡਾ ਜਿਹੜਾ ਸਲਾਈਡ ਸ਼ੋ ਆ ਉਹ ਹੋਏਗਾ। ਇਹ ਸਾਡਾ ਜ਼ੂਮ ਸਲਾਈਡਰ ਹੈਗਾ ਹੈ ਜਿਹਦੇ ਨਾਲ ਅਸੀਂ ਆਪਣੀ ਸਲਾਈਡ ਨੂੰ ਜ਼ੂਮ ਆਊਟ ਔਰ ਜ਼ੂਮ ਇਨ ਕਰਕੇ ਦੇਖ ਸਕਦੇ ਹਾਂ। ਇਹ ਸਭ ਤੋਂ ਨੀਚੇ ਸਾਡਾ ਸਟੇਟਸ ਬਾਰ ਹੈਗਾ, ਦੱਸੇਗਾ ਕਿ ਸਾਡੀਆਂ ਟੋਟਲ ਕਿੰਨੀਆਂ ਸਲਾਈਡਸ ਨੇ ਤੇ ਅਸੀਂ ਕਿਹੜੀ ਸਲਾਈਡ ਦੇ ਵਿੱਚ ਕੰਮ ਕਰ ਰਹੇ ਹਾਂ। ਇਹ ਸਾਡਾ ਸਲਾਈਡਸ ਦਾ ਸ਼ਾਰਟਰ ਵਿਊ ਹੈਗਾ ਹੈ ਜਿੱਥੋਂ ਸਾਨੂੰ ਪਤਾ ਚੱਲਦਾ ਹੈ ਕਿ ਕਿੰਨੀਆਂ ਸਲਾਈਡਸ ਨੇ। ਆਊਟਲਾਈਨ ਪੇਨ ਦੇ ਵਿੱਚ ਅਸੀਂ ਕਿਸੇ ਵੀ ਸਲਾਈਡ ਨੂੰ ਅੱਗੇ ਪਿੱਛੇ ਮੂਵ ਕਰ ਸਕਦੇ ਹਾਂ। ਸੋ ਇਹ ਸਾਡੀ ਪਾਵਰ ਪੁਆਇੰਟ ਦੀ ਵਿੰਡੋ ਦੇ ਭਾਗ ਨੇ ਜਿਹਨੂੰ ਅਸੀਂ ਯੂਜ਼ ਕਰਕੇ ਆਪਣੀ ਕੋਈ ਸਲਾਈਡਸ ਜਿਹੜੀ ਬਣਾਵਾਂਗੇ। ਸਭ ਤੋਂ ਪਹਿਲਾਂ ਅਸੀਂ ਸਲਾਈਡ ਬਣਾਉਣ ਦੇ ਵੱਖ-ਵੱਖ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਪਹਿਲਾ ਤਰੀਕਾ ਹੈਗਾ ਬੱਚੋ ਬਲੈਂਕ ਪ੍ਰੈਜੈਂਟੇਸ਼ਨ ਦੇ ਨਾਲ। ਅਸੀਂ ਫਾਈਲ ਤੇ ਕਲਿੱਕ ਕਰਾਂਗੇ, ਨਿਊ ਤੇ ਕਲਿੱਕ ਕਰਾਂਗੇ। ਇਹ ਦੇਖੋ ਬਲੈਂਕ ਐਂਡ ਰੀਸੈਂਟ ਦੇ ਵਿੱਚ ਅਸੀਂ ਬਲੈਂਕ ਪ੍ਰੈਜੈਂਟੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਸਾਡੇ ਕੋਈ ਖਾਲੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਆ ਜਾਏਗੀ। ਇਹਦੇ ਵਿੱਚ ਹੁਣ ਅਸੀਂ ਕੋਈ ਵੀ ਟੈਕਸਟ ਜਿਹੜਾ ਹੈਗਾ ਟਾਈਟਲ ਐਡ ਕਰਕੇ ਜਾਂ ਆਪਣਾ ਜੋ ਵੀ ਸਾਡਾ ਮਟੀਰੀਅਲ ਐਡ ਕਰਕੇ ਅਸੀਂ ਜਿਹੜੀ ਆ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਬਣਾ ਸਕਦੇ ਹਾਂ। ਸੋ ਇਹ ਸਾਡੇ ਕੋਲ ਪਹਿਲਾ ਤਰੀਕਾ। ਸੈਕੰਡ ਵੇ ਹੈਗਾ ਹੈ ਫਿਰ ਨਿਊ ਤੇ ਕਲਿੱਕ ਕਰਾਂਗੇ। ਇਹਦੇ ਵਿੱਚ ਇੰਸਟਾਲਡ ਟੈਂਪਲੇਟਸ ਹੈਗੇ ਨੇ। ਇਹਨਾਂ ਟੈਂਪਲੇਟਸ ਦੀ ਵਰਤੋਂ ਕਰਦੇ ਹੋਏ ਵੀ ਅਸੀਂ ਜਿਹੜੀ ਸਲਾਈਡ ਆ ਉਹ ਬਣਾ ਸਕਦੇ ਹਾਂ। ਇਹਦੇ ਨਾਲ ਸਾਡੇ ਕੋਲ ਦੇਖੋ ਪੂਰਾ ਬੱਚੋ ਟੈਂਪਲੇਟ ਆ ਗਿਆ ਹੈ। ਇਹਦੇ ਵਿੱਚ ਜਸਟ ਅਸੀਂ ਮਾਈਨਰ ਚੇਂਜ ਕਰਾਂਗੇ ਤਾਂ ਸਾਡੇ ਕੋਲ ਇੱਕ ਨਵੀਂ ਸਲਾਈਡ ਜਿਹੜੀ ਹੈਗੀ ਆ ਉਹ ਬਣ ਜਾਏਗੀ। ਸੋ ਇਸ ਤਰ੍ਹਾਂ ਅਸੀਂ ਸੈਂਪਲ ਟੈਂਪਲੇਟ ਜਿਹੜੇ ਹੈਗੇ ਉਹਨਾਂ ਦੀ ਵਰਤੋਂ ਕਰ ਸਕਦੇ ਹਾਂ। ਜਾਂ ਫਾਈਲ ਦੇ ਵਿੱਚ ਨਿਊ ਦੇ ਵਿੱਚ ਜਾ ਕੇ ਇਹਦੇ ਵਿੱਚ ਥੀਮਸ ਦੇ ਵਰਤੋਂ ਕਰਕੇ ਵੀ ਅਸੀਂ ਜਿਹੜੀ ਸਲਾਈਡ ਬਣਾ ਸਕਦੇ ਹਾਂ। ਸਾਡੇ ਕੋਲ ਸਾਰੇ ਥੀਮ ਆ ਗਏ ਨੇ। ਇਹਨਾਂ ਥੀਮ 'ਚੋਂ ਅਸੀਂ ਜਿਹੜੇ ਵੀ ਥੀਮ ਤੇ ਕਲਿੱਕ ਕਰਕੇ ਸਲਾਈਡ ਬਣਾਵਾਂਗੇ ਦੇਖੋ ਬੱਚੋ ਉਸੇ ਥੀਮ ਦਾ ਆਟੋਮੈਟਿਕਲੀ ਜਿਹੜਾ ਕਲਰ ਕੰਬੀਨੇਸ਼ਨ ਹੈਗਾ ਹੈ ਅਪਲਾਈ ਹੋ ਕੇ ਉਸ ਥੀਮ ਦੇ ਨਾਲ ਜਿਹੜੀ ਸਾਡੀ ਸਲਾਈਡ ਆ ਉਹ ਬਣੇਗੀ। ਜਾਂ ਅਸੀਂ ਆਪਣੇ ਵੀ ਕਿਸੇ ਟੈਂਪਲੇਟ ਦੇ ਨਾਲ ਸਲਾਈਡ ਜਿਹੜੀ ਬਣਾ ਸਕਦੇ ਹਾਂ। ਸੋ ਇਹ ਡਿਫਰੈਂਟ ਵੇ ਹੈਗੇ ਨੇ ਸਲਾਈਡਸ ਬਣਾਉਣ ਵਾਸਤੇ। ਜਿਸ ਤਰ੍ਹਾਂ ਰੀਸੈਂਟ ਦੇ ਵਿੱਚ ਇਹ ਦੇਖੋ ਬੱਚੋ ਦੋਨੇ ਰੀਸੈਂਟ ਆ ਗਏ, ਕਿਸੇ ਨੂੰ ਵੀ ਯੂਜ਼ ਕਰ ਸਕਦੇ ਹਾਂ। ਮਾਈ ਟੈਂਪਲੇਟ ਦੇ ਵਿੱਚ ਅਸੀਂ ਆਪਣਾ ਟੈਂਪਲੇਟ ਬਣਾ ਕੇ ਸੇਵ ਕਰਕੇ ਬਣਾ ਸਕਦੇ ਹਾਂ। ਸੋ ਇਹ ਡਿਫਰੈਂਟ ਵੇ ਹੈਗੇ ਨੇ ਸਲਾਈਡ ਬਣਾਉਣ ਦੇ। ਜੇਕਰ ਅਸੀਂ ਕੋਈ ਪਹਿਲਾਂ ਤੋਂ ਸਲਾਈਡ ਬਣਾਈ ਹੋਈ ਹੈ ਅਸੀਂ ਉਹਦੀ ਵਰਤੋਂ ਕਰਦੇ ਹੋਏ ਵੀ ਅਸੀਂ ਇੱਕ ਸਲਾਈਡ ਜਿਹੜੀ ਆ ਬਣਾ ਸਕਦੇ ਹਾਂ। ਸੋ ਨਿਊ ਫਰੋਮ ਐਗਜ਼ਿਸਟਿੰਗ ਤੇ ਕਲਿੱਕ ਕਰਾਂਗੇ। ਪਹਿਲਾਂ ਬਣੀ ਹੋਈ ਜਿਹੜੀ ਵੀ ਸਲਾਈਡ ਹੈਗੀ ਉਹਨੂੰ ਚੂਜ਼ ਕਰਾਂਗੇ ਤਾਂ ਸੇਮ ਸਾਡੇ ਕੋਲ ਸਲਾਈਡ ਜਿਹੜੀ ਹੈ ਇੱਕ ਆ ਜਾਏਗੀ। ਇਹ ਤੋਂ ਫਿਰ ਨੈਕਸਟ ਅਸੀਂ ਆਪਣਾ ਡਾਟਾ ਭਰ ਕੇ ਇੱਕ ਨਵੀਂ ਸਲਾਈਡ ਜਿਹੜੀ ਤਿਆਰ ਕਰਾਂਗੇ। ਸੋ ਆਓ ਬੱਚੋ ਅਸੀਂ ਸਭ ਤੋਂ ਪਹਿਲਾਂ ਸਲਾਈਡ ਜਿਹੜੀ ਹੈ ਬਣਾਉਣੇ ਦੇ ਵਿੱਚ ਕੁਝ ਡਾਟਾ ਐਡ ਕਰਦੇ ਹਾਂ। ਕੋਈ ਵੀ ਅਸੀਂ ਡਾਟਾ ਜਿਹੜਾ ਇਹਦੇ ਵਿੱਚ ਐਡ ਕਰ ਸਕਦੇ ਹਾਂ। ਸੋ ਦੇਖੋ ਬੱਚੋ ਸਾਡੇ ਕੋਲ ਇੱਕ ਸਲਾਈਡ ਆ ਗਈ ਹੈ। ਹੁਣ ਇਹਦੇ ਵਿੱਚ ਅਸੀਂ ਇੱਕ ਹੋਰ ਨਵੀਂ ਸਲਾਈਡ ਐਡ ਕਰਨੀ ਚਾਹੁੰਦੇ ਹਾਂ। ਨਵੀਂ ਸਲਾਈਡ ਵਾਸਤੇ ਦੇਖੋ ਨਿਊ ਸਲਾਈਡ ਦਾ ਬਟਨ ਹੁੰਦਾ ਹੈ, ਇਹਦੇ ਉੱਪਰ ਅਸੀਂ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੋਲ ਡਿਫਰੈਂਟ ਜਿਹੜੇ ਲੇਆਊਟਸ ਆ ਉਹ ਸਾਡੇ ਕੋਲ ਆ ਜਾਣਗੇ। ਇਹਨਾਂ ਲੇਆਊਟਸ ਦੇ ਵਿੱਚੋਂ ਅਸੀਂ ਕੋਈ ਵੀ ਲੇਆਊਟ ਜਿਹੜਾ ਚੂਜ਼ ਕਰ ਸਕਦੇ ਹਾਂ ਜਿਸ ਤਰ੍ਹਾਂ ਦੀ ਸਲਾਈਡ ਬਣਾਉਣੀ ਹੈ। ਜਿਸ ਤਰ੍ਹਾਂ ਅਸੀਂ 2 ਕੰਟੈਂਟਸ ਦੇਣੇ ਆ, ਕੰਪੈਰੀਜ਼ਨ ਦੇਣਾ ਜਾਂ ਇਕੱਲਾ ਟਾਈਟਲ ਦੇਣਾ ਹੈਗਾ ਹੈ ਜਾਂ ਕੋਈ ਪਿਕਚਰ ਦੇਣੀ ਚਾਹੁੰਦੇ ਆ। ਸੋ ਜਿਸ ਤਰ੍ਹਾਂ ਦਾ ਵੀ ਅਸੀਂ ਲੇਆਊਟ ਸਿਲੈਕਟ ਕਰਾਂਗੇ ਸੇਮ ਲੇਆਊਟ ਦੀ ਸਾਡੇ ਕੋਲ ਸਲਾਈਡ ਜਿਹੜੀ ਆ ਜਾਏਗੀ। ਟਾਈਟਲ ਐਂਡ ਕੰਟੈਂਟਸ ਦੇ ਉੱਪਰ ਕਲਿੱਕ ਕਰਾਂਗੇ। ਸੋ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਕੋਈ ਵੀ ਡਾਟਾ ਜਿਹੜਾ ਆਪਣਾ ਉਹ ਐਡ ਕਰ ਸਕਦੇ ਹਾਂ। ਸੋ ਨੈਕਸਟ ਅਸੀਂ ਇਹਦੇ ਵਿੱਚ ਕਲਿੱਪ ਆਰਟ ਐਡ ਕਰਨਾ ਚਾਹੁੰਦੇ ਹਾਂ। ਉਹਦੇ ਲਈ ਅਸੀਂ ਇਨਸਰਟ ਮੈਨੂ ਤੇ ਚੱਲਾਂਗੇ। ਇਹਦੇ ਵਿੱਚ ਇਹ ਦੇਖੋ ਬੱਚੋ ਕਲਿੱਪ ਆਰਟ ਹੈਗਾ ਹੈ। ਸੋ ਕਲਿੱਪ ਆਰਟ ਦੇ ਵਿੱਚ ਅਸੀਂ ਕੋਈ ਵੀ ਕਲਿੱਪ ਆਰਟ ਜਿਹੜਾ ਸਾਨੂੰ ਅੱਛਾ ਲੱਗੇ ਜਾਂ ਰਿਲੇਟਡ ਲੱਗੇ
ਅਸੀਂ ਉਹਨੂੰ ਇਨਸਰਟ ਕਰ ਸਕਦੇ ਹਾਂ। ਇਹਦੇ ਵਿੱਚ ਅਸੀਂ ਕੋਈ ਵੀ ਇੱਕ ਕਲਿੱਪ ਆਰਟ ਚੂਜ਼ ਕਰਾਂਗੇ, ਇਹਨੂੰ ਇਨਸਰਟ ਕਰ ਦਿਆਂਗੇ। ਦੇਖੋ ਬੱਚੋ ਕਲਿੱਪ ਆਰਟ ਆ ਗਿਆ। ਇਹਨੂੰ ਅਸੀਂ ਆਪਣੇ ਹਿਸਾਬ ਨਾਲ ਸੈੱਟ ਵੀ ਕਰ ਸਕਦੇ ਹਾਂ। ਕੋਈ ਪੋਜੀਸ਼ਨ ਜਿਹੜੀ ਇਹਦੇ ਨਾਲ ਪੁਆਇੰਟਸ ਤੇ ਜਾ ਕੇ ਬੱਚੋ ਜਦੋਂ ਮਾਊਸ ਦਾ ਪੁਆਇੰਟਰ ਚੇਂਜ ਹੋਏਗਾ ਤਾਂ ਅਸੀਂ ਇਹਦਾ ਸਾਈਜ਼ ਇਨਕਰੀਜ਼ ਔਰ ਡਿਕਰੀਜ਼ ਜਿਹੜਾ ਹੈਗਾ ਕਰ ਸਕਦੇ ਹਾਂ। ਇਹ ਸਾਡਾ ਰੋਟੇਟ ਦਾ ਬਟਨ ਹੈ, ਜਿੱਥੋਂ ਅਸੀਂ ਇਹਨੂੰ ਰੋਟੇਟ ਵੀ ਕਰ ਸਕਦੇ ਹਾਂ ਆਪਣੀ ਮਰਜ਼ੀ ਦੇ ਨਾਲ। ਸੋ ਕੋਈ ਵੀ ਅਸੀਂ ਕਲਿੱਪ ਆਰਟ ਜਿਹੜਾ ਹੈਗਾ ਈਜ਼ੀਲੀ ਇਨਸਰਟ ਕਰ ਸਕਦੇ ਹਾਂ। ਨੈਕਸਟ ਹੈਗਾ ਬੱਚੋ ਇਹਦੇ ਵਿੱਚ ਸਮਾਰਟ ਆਰਟ। ਅਸੀਂ ਨਿਊ ਸਲਾਈਡ ਲੈਣੇ ਆ ਇੱਕ, ਇਹਦੇ ਵਿੱਚ ਅਸੀਂ ਇਨਸਰਟ ਤੇ ਚੱਲਾਂਗੇ। ਇਨਸਰਟ ਦੇ ਵਿੱਚ ਇਹ ਦੇਖੋ ਬੱਚੋ ਸਮਾਰਟ ਆਰਟ ਹੈਗਾ ਹੈ। ਸਮਾਰਟ ਆਰਟ ਤੇ ਕਲਿੱਕ ਕਰਕੇ ਕੋਈ ਵੀ ਜਿਹੜਾ ਸਮਾਰਟ ਆਰਟ ਸਾਨੂੰ ਰੈਲੇਵੈਂਟ ਲੱਗੇ ਆਪਣੇ ਅਸੀਂ ਸਲਾਈਡ ਦੇ ਵਿੱਚ ਇਨਸਰਟ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਕੋਈ ਹਾਇਰਾਰਕੀ ਬਣਾਉਣਾ ਚਾਹੁੰਦੇ ਹਾਂ ਤਾਂ ਆਟੋਮੈਟਿਕਲੀ ਅਸੀਂ ਟੈਕਸਟ ਜਿਹੜਾ ਦੇ ਸਕਦੇ ਹਾਂ। ਸੋ ਜਿਸ ਤਰ੍ਹਾਂ ਅਸੀਂ ਆਪਣੇ ਸਕੂਲ ਦਾ ਐਡਮਿਨਿਸਟ੍ਰੇਟਿਵ ਸਟਰਕਚਰ ਬਣਾਇਆ ਹੈ, ਟੌਪ ਲੈਵਲ ਤੇ ਹੈਡਮਾਸਟਰ ਸਾਹਿਬ ਨੇ, ਨੀਚੇ ਮਾਸਟਰਸ, ਉਹਦੇ ਬਾਅਦ ਸਾਡੇ 4th ਕਲਾਸ। ਇਸ ਤਰ੍ਹਾਂ ਅਸੀਂ ਇਹਦੇ ਵਿੱਚ ਈਜ਼ੀਲੀ ਜਿਹੜਾ ਹੈਗਾ ਸਮਾਰਟ ਆਰਟ ਦੇ ਨਾਲ ਇਨਸਰਟ ਕਰਕੇ ਕੋਈ ਵੀ ਆਪਣਾ ਸਟਰਕਚਰ ਜਿਹੜਾ ਤਿਆਰ ਕਰ ਸਕਦੇ ਹਾਂ। ਸੋ ਨੈਕਸਟ ਨਿਊ ਸਲਾਈਡ ਲਵਾਂਗੇ। ਇਹਦੇ ਵਿੱਚ ਅਸੀਂ ਕੋਈ ਵੀ ਵਰਡ ਆਰਟ ਜਿਹੜਾ ਹੈਗਾ ਉਹਨੂੰ ਇਨਸਰਟ ਕਰ ਸਕਦੇ ਹਾਂ। ਸੋ ਇਨਸਰਟ ਦੇ ਵਿੱਚ ਜਾਵਾਂਗੇ, ਵਰਡ ਆਰਟ, ਜਿਸ ਤਰ੍ਹਾਂ ਅਸੀਂ MS ਵਰਡ ਦੇ ਵਿੱਚ ਵੀ ਕਰਦੇ ਹਾਂ। ਉਹਦੇ ਬਾਅਦ ਇਹਦੇ ਵਿੱਚ ਡਿਫਰੈਂਟ ਆਪਸ਼ਨਸ ਹੈਗੀਆਂ ਨੇ, ਜਿਸ ਤਰ੍ਹਾਂ ਅਸੀਂ ਕੋਈ ਇਫੈਕਟ ਦੇ ਸਕਦੇ ਹਾਂ ਕਿਸੇ ਕਿਸਮ ਦਾ। ਸੋ ਈਜ਼ੀਲੀ ਜਿਹੜਾ ਵਰਡ ਆਰਟ ਹੈਗਾ ਇਹਦੇ ਵਿੱਚ ਇਨਸਰਟ ਕੀਤਾ ਜਾ ਸਕਦਾ ਹੈ। ਸੋ ਦੇਖੋ ਬੱਚੋ, ਜਿਸ ਤਰ੍ਹਾਂ ਅਸੀਂ ਡਿਫਰੈਂਟ ਜਿਹੜੀਆਂ ਸਲਾਈਡਸ ਆਪਣੀਆਂ ਤਿਆਰ ਕਰ ਲਈਆਂ ਨੇ, ਹੁਣ ਅਸੀਂ ਇਹ ਸਲਾਈਡਸ ਸ਼ੋਅ ਕਰਕੇ ਇਹਨੂੰ ਦੇਖਣਾ ਚਾਹੁੰਦੇ ਹਾਂ। ਸਾਡੇ ਸਲਾਈਡ ਦੇ ਡਿਫਰੈਂਟ ਹੈ, ਦੇਖੋ ਨੀਚੇ ਵਿਊ ਹੁੰਦੇ ਨੇ। ਜਿਸ ਤਰ੍ਹਾਂ ਫਸਟ ਵਿਊ ਨਾਰਮਲ ਵਿਊ ਹੈ, ਜਿਹਦੇ ਵਿੱਚ ਅਸੀਂ ਕੰਮ ਕਰਦੇ ਹਾਂ। ਸੈਕੰਡ ਵਿਊ ਬੱਚੋ ਸਾਡੇ ਕੋਲ ਹੈਗਾ ਹੈ ਸਲਾਈਡ ਸ਼ਾਰਟਰ ਵਿਊ, ਜਿਹਦੇ ਵਿੱਚ ਦੇਖੋ ਸਮਾਲ ਆਈਕਨਸ ਦੇ ਵਿੱਚ ਸਾਨੂੰ ਸਾਰੀਆਂ ਸਲਾਈਡਸ ਆ ਜਾਂਦੀਆਂ ਨੇ। ਇੱਥੋਂ ਅਸੀਂ ਆਪਣੀ ਸਲਾਈਡ ਦਾ ਆਰਡਰ ਵੀ ਚੇਂਜ ਕਰ ਸਕਦੇ ਹਾਂ। ਜਿਸ ਤਰ੍ਹਾਂ 4th ਵਾਲੀ ਸਲਾਈਡ ਨੂੰ ਮੈਂ 3rd ਤੇ ਲੈ ਕੇ ਆਉਣਾ ਚਾਹੁੰਦਾ ਤਾਂ 3rd ਤੇ ਜਾ ਕੇ ਕਲਿੱਕ ਕਰਕੇ ਡਰੈਗ ਕਰਕੇ ਛੱਡ ਦਿਆਂਗੇ। ਸੋ ਦੇਖੋ ਆਰਡਰ ਜਿਹੜਾ ਚੇਂਜ ਹੋ ਗਿਆ ਹੈ। ਸੋ ਸਲਾਈਡ ਸ਼ਾਰਟਰ ਵਿਊ ਦੇ ਵਿੱਚ ਅਸੀਂ ਕਿਸੇ ਕਿਸਮ ਦਾ ਆਰਡਰ ਜਿਹੜਾ ਹੈਗਾ ਉਹ ਚੇਂਜ ਕਰ ਸਕਦੇ ਹਾਂ। ਨੈਕਸਟ ਹੈਗਾ ਸਾਡੇ ਕੋਲ ਬੱਚੋ ਸਲਾਈਡ ਸ਼ੋ ਵਿਊ, ਜਿਹਦੇ ਨਾਲ ਅਸੀਂ ਆਪਣੀ ਸਲਾਈਡ ਸ਼ੋ ਕਰਵਾਉਣੀ ਹੈ। ਇਹਦੇ ਉੱਪਰ ਅਸੀਂ ਕਲਿੱਕ ਕਰਾਂਗੇ ਤਾਂ ਸਾਡੀ ਜਿਹੜੀ ਸਲਾਈਡ ਹੈ ਉਹ ਸ਼ੋ ਹੋ ਜਾਏਗੀ। ਫਸਟ ਦੇ ਉੱਪਰ ਜਾ ਕੇ ਕਲਿੱਕ ਕਰਾਂਗੇ ਤਾਂ ਫਸਟ ਤੋਂ ਸਟਾਰਟ ਹੋਏਗੀ। ਸੋ ਇਸ ਤਰ੍ਹਾਂ ਅਸੀਂ ਆਪਣਾ ਜਿਹੜਾ ਸਲਾਈਡ ਸ਼ੋ ਵਿਊ ਹੈਗਾ ਉਹਨੂੰ ਲੈ ਸਕਦੇ ਹਾਂ। ਇਹ ਸਾਰੇ ਵਿਊ ਸਾਡੇ ਕੋਲ ਉੱਪਰ ਬੱਚੋ ਦੇਖੋ ਵਿਊ ਦੇ ਵਿੱਚ ਵੀ ਵਿਊ ਮੈਨੂ ਦੇ ਵਿੱਚ ਅਵੇਲੇਬਲ ਹੁੰਦੇ ਨੇ। ਜਿਸ ਤਰ੍ਹਾਂ ਫਸਟ ਨਾਰਮਲ ਵਿਊ ਹੈਗਾ ਹੈ, ਉਹਦੇ ਬਾਅਦ ਸਲਾਈਡ ਸ਼ਾਰਟਰ ਵਿਊ ਹੈਗਾ ਹੈ। ਨੈਕਸਟ ਸਾਡੇ ਕੋਲ ਨੋਟਸ ਪੇਜ ਵਿਊ ਹੈਗਾ ਹੈ, ਜਿਹਦੇ ਵਿੱਚ ਅਸੀਂ ਆਪਣੀ ਸਲਾਈਡ ਬਾਰੇ ਨੋਟਸ ਵੀ ਬਣਾ ਸਕਦੇ ਹਾਂ। ਇਹਦੇ ਵਿੱਚ ਅਸੀਂ ਕੋਈ ਵੀ ਜਿਹੜੇ ਸਪੀਕਰ ਨੋਟਸ ਹੈਗੇ ਉਹ ਤਿਆਰ ਕਰ ਸਕਦੇ ਹਾਂ। ਨੈਕਸਟ ਸਾਡੇ ਕੋਲ ਸਲਾਈਡ ਸ਼ੋ ਹੈਗਾ, ਜਿਹਦੇ ਨਾਲ ਅਸੀਂ ਆਪਣੀ ਸਲਾਈਡ ਸ਼ੋ ਕਰਵਾ ਸਕਦੇ ਹਾਂ। ਇਹਦੇ ਉੱਪਰ ਕਲਿੱਕ ਕਰਾਂਗੇ, ਸਾਡਾ ਸਲਾਈਡ ਸ਼ੋ ਜਿਹੜਾ ਹੋ ਜਾਏਗਾ। ਸੋ ਇਹ ਨੀਚੇ ਜਿਹੜੇ ਵਿਊ 3 ਹੀ ਵਿਊ ਨੇ, ਬਟ ਉੱਪਰ ਇਹਦੇ ਇਲਾਵਾ ਸਲਾਈਡ ਮਾਸਟਰ ਵਿਊ ਹੈਗਾ ਹੈ, ਜਿਹਦੇ ਨਾਲ ਸਾਡੇ ਕੋਲ ਸਲਾਈਡ ਅੱਗੇ ਉਹਦੀਆਂ ਸਬ ਸਲਾਈਡਸ ਜਿਹੜੀਆਂ ਸਾਰੀਆਂ ਸਾਨੂੰ ਸ਼ੋ ਕਰੇਗਾ। ਸੋ ਜਿਸ ਤਰ੍ਹਾਂ ਵਿੱਚ ਅਸੀਂ ਆਪਣਾ ਸਲਾਈਡ ਸ਼ੋ ਕਰਕੇ ਦੇਖਿਆ, ਇਹ ਸਾਡਾ ਨਾਰਮਲ ਸਲਾਈਡ ਸ਼ੋ ਹੈ। ਇਹਦੇ ਵਿੱਚ ਜੇ ਅਸੀਂ ਕੋਈ ਟ੍ਰਾਂਜੀਸ਼ਨ ਜਾਂ ਐਨੀਮੇਸ਼ਨ ਨਹੀਂ ਲਗਾਈ, ਹੁਣ ਸਭ ਤੋਂ ਪਹਿਲਾਂ ਅਸੀਂ ਐਨੀਮੇਸ਼ਨ ਲਗਾ ਕੇ ਦੇਖਾਂਗੇ, ਜਿਹਦੇ ਨਾਲ ਅਸੀਂ ਆਪਣਾ ਜਿਹੜਾ ਟੈਕਸਟ ਹੈਗਾ ਉਹਨੂੰ ਮੂਵ ਕਰ ਸਕਦੇ ਹਾਂ।
ਸੋ ਅਸੀਂ ਕੋਈ ਵੀ ਟੈਕਸਟ ਨੂੰ ਸਿਲੈਕਟ ਕਰਾਂਗੇ, ਉਹਦੇ ਬਾਅਦ ਐਨੀਮੇਸ਼ਨ ਹੈਗਾ, ਐਨੀਮੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਦੇਖੋ ਬੱਚੋ ਡਿਫਰੈਂਟ ਐਨੀਮੇਸ਼ਨ ਸਾਡੇ ਕੋਲ ਜਿਹੜੀਆਂ ਨੇ ਆ ਜਾਂਦੀਆਂ ਨੇ। ਇਹਦੇ ਵਿੱਚ ਅਸੀਂ ਇਹਨੂੰ ਕਸਟਮ ਐਨੀਮੇਸ਼ਨ ਦੇ ਉੱਪਰ ਕਲਿੱਕ ਕਰਾਂਗੇ ਤੇ ਇਹ ਸਾਡੇ ਕੋਲ ਐਡ ਇਫੈਕਟ, ਇਹਦੇ ਨਾਲ ਡਿਫਰੈਂਟ ਐਨੀਮੇਸ਼ਨਸ ਹੈਗੀਆਂ ਜਿਹਨੂੰ ਅਸੀਂ ਕਲਿੱਕ ਕਰਕੇ ਕੋਈ ਵੀ ਐਨੀਮੇਸ਼ਨ ਜਿਹੜੀ ਲਗਾ ਸਕਨੇ ਆ। ਨਾਲ ਹੀ ਸਾਨੂੰ ਉਹਦਾ ਪ੍ਰੀਵਿਊ ਜਿਹੜਾ ਹੈਗਾ ਉਹ ਵੀ ਦਿਖਾਈ ਦੇਗਾ। ਸੋ ਇਹਦੇ ਵਿੱਚ ਬੱਚੋ ਡਿਫਰੈਂਟ ਆਪਸ਼ਨ ਹੁੰਦੀਆਂ ਨੇ ਕਿ ਅਸੀਂ ਇਹਨੂੰ ਕਿਸ ਤਰ੍ਹਾਂ ਸਟਾਰਟ ਕਰਨਾ ਚਾਹੁੰਦੇ ਹਾਂ। ਔਨ ਮਾਊਸ ਕਲਿੱਕ ਕਰਨਾ ਚਾਹੁੰਦੇ ਹਾਂ ਜਾਂ ਵਿਦ ਪ੍ਰੀਵੀਅਸ ਦੇ ਨਾਲ ਆਪਣੇ ਆਪ ਹੀ ਪਿਛਲੀ ਸਲਾਈਡ ਦੇ ਨਾਲ ਹੀ ਚੱਲ ਜਾਏਗੀ। ਮਾਊਸ ਕਲਿੱਕ ਦੇ ਨਾਲ ਜਦ ਮਾਊਸ ਕਲਿੱਕ ਕਰਾਂਗੇ ਫਿਰ ਹੀ ਚੱਲੇਗੀ। ਸੋ ਇਹਦੀ ਡਾਇਰੈਕਸ਼ਨ ਦੇ ਸਕਨੇ ਆ ਕਿ ਬਾਟਮ, ਟਾਪ, ਲੈਫਟ ਕਿੱਥੋਂ ਆਵੇ। ਜੇਕਰ ਅਸੀਂ ਚਾਹੁੰਦੇ ਰਾਈਟ ਸਾਈਡ ਤੋਂ ਆਵੇ ਤਾਂ ਰਾਈਟ ਸਾਈਡ ਦੇ ਦਿਆਂਗੇ। ਇਹ ਦੇਖੋ ਬੱਚੋ ਹੁਣ ਰਾਈਟ ਸਾਈਡ ਤੋਂ ਆ ਰਿਹਾ ਹੈ। ਇਹਦੀ ਸਪੀਡ ਸੈੱਟ ਕਰ ਸਕਨੇ ਆ, ਸਲੋ, ਵੈਰੀ ਸਲੋ, ਮੀਡੀਅਮ। ਸੋ ਇਸ ਤਰ੍ਹਾਂ ਸਾਰੀਆਂ ਐਨੀਮੇਸ਼ਨਸ ਦੀਆਂ ਇਹੀ ਸੈਟਿੰਗਸ ਜਿਹੜੀਆਂ ਹੈਗੀਆਂ ਅਸੀਂ 1 ਬਾਈ 1 ਕਰਾਂਗੇ। ਸੋ ਨੈਕਸਟ ਸੈਕਿੰਡ ਦੇ ਉੱਪਰ ਜਾ ਕੇ ਫਿਰ ਐਡ ਇਫੈਕਟ ਕਰਦੇ ਆ, ਕੋਈ ਵੀ ਅਸੀਂ ਸਲਾਈਡ ਜਿਹੜੀ ਦੇ ਸਕਨੇ ਆ। ਐਨੀਮੇਸ਼ਨ ਦੇ ਨਾਲ ਵਿਦ ਪ੍ਰੀਵੀਅਸ ਦੇ ਨਾਲ ਸਟਾਰਟ ਹੋਏਗੀ, ਇਨ ਔਰ ਆਊਟ, ਮੀਡੀਅਮ, ਸਲੋ, ਵੈਰੀ ਸਲੋ। ਸੋ ਇਸ ਤਰ੍ਹਾਂ ਇਹ ਡਿਫਰੈਂਟ ਐਨੀਮੇਸ਼ਨ ਜਿਹੜੀਆਂ ਹੈਗੀਆਂ ਨੇ ਅਸੀਂ ਹਰ ਸਲਾਈਡਸ ਦੇ ਉੱਪਰ ਅਪਲਾਈ ਕਰ ਸਕਨੇ ਆ। ਐਡ ਇਫੈਕਟ ਕਰਾਂਗੇ, ਕੋਈ ਐਨੀਮੇਸ਼ਨ ਸਿਲੈਕਟ ਕਰਾਂਗੇ, ਸਟਾਰਟ ਇਨ ਦੇ ਵਿੱਚ ਆਪਸ਼ਨ ਦਵਾਂਗੇ ਆਪਣੀ ਐਂਡ ਨੈਕਸਟ ਦੇ ਉੱਪਰ ਕਲਿੱਕ ਕਰਾਂਗੇ। ਸੋ ਹੁਣ ਅਸੀਂ ਇਹਨੂੰ ਰਨ ਕਰਕੇ ਦੇਖਨੇ ਆ ਕਿਉਂਕਿ ਇਹਨਾਂ 2 ਸਲਾਈਡਸ ਤੇ ਅਸੀਂ ਐਨੀਮੇਸ਼ਨ ਸੈੱਟ ਕੀਤੀਆਂ ਨੇ। ਸੋ ਬੱਚੋ ਜਿਸ ਤਰ੍ਹਾਂ ਦੀ ਅਸੀਂ ਐਨੀਮੇਸ਼ਨ ਸੈੱਟ ਕੀਤੀਆਂ ਸੀ ਉਹਦੇ ਅਕੋਰਡਿੰਗ ਆਟੋਮੈਟਿਕਲੀ ਜਿਹੜੀ ਸਾਡੀ ਸਲਾਈਡ ਆ ਐਨੀਮੇਟ ਹੋਏਗੀ। ਨੈਕਸਟ ਹੈਗਾ ਸਲਾਈਡ ਟ੍ਰਾਂਜੀਸ਼ਨਸ। ਐਨੀਮੇਸ਼ਨ ਬੱਚੋ ਅਸੀਂ ਸਲਾਈਡਸ ਦੇ ਜਿਹੜੇ ਵਿਚਲੇ ਆਬਜੈਕਟਸ ਨੇ ਉਹਨਾਂ ਦੇ ਉੱਪਰ ਅਪਲਾਈ ਕਰਦੇ ਆ। ਟ੍ਰਾਂਜੀਸ਼ਨ ਜਿਹੜੀ ਆ 2 ਸਲਾਈਡਸ ਦੇ ਵਿੱਚ ਹੋਏਗੀ ਕਿ ਇੱਕ ਦੇ ਬਾਅਦ ਦੂਸਰੀ ਸਲਾਈਡ ਸਾਨੂੰ ਕਿਸ ਤਰ੍ਹਾਂ ਜਿਹੜੀ ਡਿਸਪਲੇ ਹੋਏਗੀ। ਜਿਸ ਤਰ੍ਹਾਂ ਡਿਫਰੈਂਟ ਸਾਡੇ ਕੋਲ ਹੈਗੀਆਂ ਨੇ ਟ੍ਰਾਂਜੀਸ਼ਨਸ ਐਨੀਮੇਸ਼ਨ ਦੇ ਵਿੱਚ, ਇਹਨਾਂ ਚੋਂ ਅਸੀਂ ਕਿਸੇ ਨੂੰ ਵੀ ਸਿਲੈਕਟ ਕਰ ਸਕਨੇ ਆ। ਸੋ ਇਹਨੂੰ ਅਪਲਾਈ ਟੂ ਆਲ ਕਰਕੇ ਅਸੀਂ ਸਾਰਿਆਂ ਦੇ ਉੱਪਰ ਅਪਲਾਈ ਕਰ ਦਿਆਂਗੇ ਸੇਮ ਨੂੰ। ਉਹਦੇ ਬਾਅਦ ਜਦੋਂ ਅਸੀਂ ਰਨ ਕਰਾਂਗੇ ਤਾਂ ਦੇਖੋ ਬੱਚੋ ਜਿਹੜੀ ਅਸੀਂ ਸਿਲੈਕਟ ਕੀਤੀ ਸੀ ਉਹਦੇ ਅਕੋਰਡਿੰਗ ਹੀ ਸਾਨੂੰ ਜਿਹੜੀਆਂ ਸਲਾਈਡਸ ਆ ਉਹ ਸ਼ੋ ਹੋਣਗੀਆਂ। ਲਾਸਟ ਦੇ ਉੱਪਰ ਹੈਗਾ ਬੱਚੋ ਅਸੀਂ ਆਪਣੀ ਪਾਵਰ ਪੁਆਇੰਟ ਦੀ ਸਲਾਈਡ ਨੂੰ ਸੇਵ ਕਰਾਂਗੇ। ਸੋ ਸਾਡੀ ਪ੍ਰੈਜੈਂਟੇਸ਼ਨ ਜਿਹੜੀ ਸੇਵ ਹੋ ਗਈ ਹੈ। ਇੱਕ ਪ੍ਰੈਜੈਂਟੇਸ਼ਨ ਦੇ ਵਿੱਚ ਬੱਚੋ ਦੇਖੋ ਜਿਸ ਤਰ੍ਹਾਂ ਮੈਂ ਇਹਦੇ ਵਿੱਚ 4 ਸਲਾਈਡਸ ਲਈਆਂ ਨੇ, ਇਸੇ ਤਰ੍ਹਾਂ ਅਸੀਂ ਹੋਰ ਜਿੰਨੀਆਂ ਚਾਹੀਏ ਸਲਾਈਡ ਜਿਹੜੀਆਂ ਇਨਸਰਟ ਕਰ ਸਕਨੇ ਆ। ਇਹਨਾਂ ਸਾਰੀਆਂ ਸਲਾਈਡਸ ਨੂੰ ਮਿਲ ਕੇ ਸਾਡੀ ਇੱਕ ਪ੍ਰੈਜੈਂਟੇਸ਼ਨ ਜਿਹੜੀ ਉਹ ਤਿਆਰ ਹੋ ਗਈ ਹੈ। ਹੁਣ ਇਹਦੇ ਬਾਅਦ ਅਸੀਂ ਇਹ ਤੋਂ ਐਗਜ਼ਿਟ ਕਰਨਾ ਹੈ ਤਾਂ ਸਿੰਪਲੀ ਅਸੀਂ ਜੇਕਰ ਕਰੰਟ ਜਿਹੜੀ ਹੈਗੀ ਹੈ ਸਾਡੀ ਪ੍ਰੈਜੈਂਟੇਸ਼ਨ ਉਹਨੂੰ ਬੰਦ ਕਰਨਾ ਤਾਂ ਕਲੋਜ਼ ਤੇ ਕਲਿੱਕ ਕਰਾਂਗੇ, ਪਰ ਜੇਕਰ ਪਾਵਰ ਪੁਆਇੰਟ ਤੋਂ ਬਾਹਰ ਜਾਣਾ ਤਾਂ ਐਗਜ਼ਿਟ ਪਾਵਰ ਪੁਆਇੰਟ ਤੇ ਕਲਿੱਕ ਕਰਾਂਗੇ। ਸਾਡੀ ਪਾਵਰ ਪੁਆਇੰਟ ਦੀ ਜਿਹੜੀ ਵਿੰਡੋ ਹੈਗੀ ਆ ਉਹ ਬੰਦ ਹੋ ਜਾਏਗੀ। ਸੋ ਇਸ ਤਰ੍ਹਾਂ ਅਸੀਂ ਈਜ਼ੀਲੀ ਪਾਵਰ ਪੁਆਇੰਟ ਦੇ ਵਿੱਚ ਕੋਈ ਵੀ ਜਿਹੜੀ ਪ੍ਰੈਜੈਂਟੇਸ਼ਨ ਹੈਗੀ ਆ ਉਹਨੂੰ ਤਿਆਰ ਕਰ ਸਕਦੇ ਹਾਂ। ਬੱਚਿਓ ਤੁਸੀਂ ਇਹਦਾ ਪ੍ਰੈਕਟੀਕਲ ਦੇਖ ਲਿਆ ਕਿ ਕਿਸ ਤਰ੍ਹਾਂ ਅਸੀਂ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ ਬਣਾ ਸਕਨੇ ਆ ਜਾਂ ਕਿਸ ਤਰ੍ਹਾਂ ਡਿਫਰੈਂਟ ਜਿਹੜੀਆਂ ਕਮਾਂਡਸ ਨੇ ਉਹਨਾਂ ਨੂੰ ਅਪਲਾਈ ਕਰ ਸਕਨੇ ਆ। ਸੋ ਆਪਣੀ ਮੈਂ ਨੈਕਸਟ ਵੀਡੀਓ ਲੈ ਕੇ ਬਹੁਤ ਜਲਦ ਤੁਹਾਡੇ ਕੋਲ ਆਵਾਂਗਾ। ਸੋ ਬੱਚੋ ਇਸ ਚੀਜ਼ ਦਾ ਮੈਂ ਆਪਣਾ ਇੱਕ ਜਿਹੜੀ ਹੈਗਾ ਹੈ ਤੁਹਾਡਾ ਜਿੰਨਾ ਵੀ ਸਿਲੇਬਸ ਹੈਗਾ ਹੈ ਜਾਂ ਜਿੰਨੀਆਂ ਵੀ ਮੇਰੀਆਂ ਵੀਡੀਓਜ਼ ਹੈਗੀਆਂ ਨੇ ਇਹਦੀ ਮੈਂ ਇੱਕ ਮੋਬਾਈਲ ਦੀ ਐਪ ਤਿਆਰ ਕੀਤੀ ਹੈਗੀ ਹੈ। ਜੇਕਰ ਤੁਹਾਨੂੰ ਵਿੱਚੋਂ ਕਿਸੇ ਨੂੰ ਮੋਬਾਈਲ ਦੀ ਐਪ ਚਾਹੀਦੀ ਹੋਵੇ ਤਾਂ ਮੇਰਾ WhatsApp ਦਾ ਨੰਬਰ ਹੈ, ਸਿਰਫ ਔਰ ਸਿਰਫ WhatsApp ਤੇ ਹੀ ਮੈਨੂੰ ਮੈਸੇਜ ਕਰ ਸਕਦੇ ਜੇ। ਮੈਂ ਉਹ ਮੋਬਾਈਲ ਐਪ ਤੁਹਾਨੂੰ ਸੈਂਡ ਕਰ ਦਿਆਂਗਾ ਕਿਉਂਕਿ ਅਜੇ ਮੈਂ ਪਲੇ ਸਟੋਰ ਦੇ ਉੱਪਰ ਪਬਲਿਸ਼ ਨਹੀਂ ਕੀਤੀ, ਡਾਇਰੈਕਟਲੀ ਤੁਹਾਨੂੰ ਸੈਂਡ ਹੋ ਜਾਏਗੀ ਜਿਹਨੂੰ ਤੁਸੀਂ ਈਜ਼ੀਲੀ ਆਪਣੇ ਮੋਬਾਈਲ ਦੇ ਉੱਪਰ ਇੰਸਟਾਲ ਕਰਕੇ ਮੇਰੇ ਸਾਰੇ ਵੀਡੀਓ ਲੈਕਚਰ, ਠੀਕ ਹੈ, ਇਹਦੇ ਇਲਾਵਾ ਜਿੰਨਾ ਵੀ ਸਟੱਡੀ ਮਟੀਰੀਅਲ ਹੈਗਾ ਹੈ, ਹੋਰ ਵੀ ਬੜੀਆਂ ਆਪਸ਼ਨਸ ਉਹਦੇ ਵਿੱਚ ਹੈਗੀਆਂ ਨੇ, ਉਹਨਾਂ ਨੂੰ ਤੁਸੀਂ ਆਪਣੇ ਚਲਾ ਕੇ ਦੇਖ ਸਕਦੇ ਜੇ ਮੋਬਾਈਲ ਦੇ ਉੱਪਰ। ਈਜ਼ੀਲੀ ਤੁਹਾਨੂੰ ਜਿਹੜਾ ਹਰ ਅਪਡੇਟਡ ਚੀਜ਼ ਜਿਹੜੀ ਉਹਦੇ ਉੱਪਰ ਅਵੇਲੇਬਲ ਹੋਏਗੀ। ਸੋ ਮੇਰੇ WhatsApp ਤੇ ਜਿਹੜਾ ਨੰਬਰ ਸਾਹਮਣੇ ਡਿਸਪਲੇ ਹੋ ਰਿਹਾ ਇਹਦੇ ਉੱਪਰ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਜੇ, ਠੀਕ ਹੈ। ਮੈਂ ਤੁਹਾਨੂੰ ਜਿਹੜੀ ਆਪਣੀ ਮੋਬਾਈਲ ਐਪ ਸੈਂਡ ਕਰ ਦਿਆਂਗਾ, ਇੰਸਟਾਲ ਕਰਕੇ ਯੂਜ਼ ਕਰੋ। ਸੋ ਧੰਨਵਾਦ ਬੱਚਿਓ, ਤੁਸੀਂ ਮੇਰੀ ਇਹ ਵੀਡੀਓ ਨੂੰ ਦੇਖਿਆ। ਥੈਂਕ ਯੂ।